भुलिहो तुम कथा सुधारी। सतनाम श्री वाहिगुरु साहिब जी दोहरा। जित कारज गुर भाव हित होए भावनी पूर। इहाँ सिदक साबत भयो आगे सुख भरपूर। वाहिगुरु जी का खालसा वाहिगुरु जी की फतेह। परम सत्कारयोग गुरु की साजी नवाजी गुरु खालसा साध संगत जी ਆਪਣੀਆਂ ਮਨ ਬਿਰਤੀਆਂ ਨੂੰ ਫਿਰ ਗੁਰੂ ਸਾਹਿਬਾਂ ਦੇ ਚਰਨਾਂ 'ਚ ਇਕਾਗਰ ਕਰੀਏ। ਆਪ ਜੀ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ ਔਰ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਕੇਹਰ ਸਿੰਘ ਜੀ ਔਰ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਸ਼ਰਧਾ ਨਾਲ ਮਨਾਇਆ ਹੈ। ਜਿਨ੍ਹਾਂ ਗੁਰੂ ਕੇ ਪਿਆਰਿਆਂ ਨੇ ਜ਼ੁਲਮ ਦੀ ਜੜ ਪੁੱਟ ਦਿੱਤੀ, ਉਸ ਜ਼ਾਲਮ ਇੰਦਰਾ ਦਾ ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ 318 ਗੋਲੀਆਂ ਮਾਰੀਆਂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਨੂੰ ਵੀ ਗੋਲੀਆਂ ਵੱਜੀਆਂ, ਹਜ਼ਾਰਾਂ ਗੁਰੂ ਕੇ ਗੁਰਸਿੱਖਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਔਰ ਬੜੇ ਹੀ ਜ਼ੁਲਮ ਜੋ ਕਹੇ ਨਹੀਂ ਜਾ ਸਕਦੇ, ਜੋ ਦੱਸੇ ਨਹੀਂ ਜਾ ਸਕਦੇ, ਉਸ ਹਕੂਮਤ ਨੇ ਖਾਲਸੇ 'ਤੇ ਕੀਤੇ। ਗੁਰੂ ਕੇ ਪਿਆਰਿਆਂ ਨੇ ਭਾਈ ਬੇਅੰਤ ਸਿੰਘ ਜੀ, ਭਾਈ ਸਤਵੰਤ ਸਿੰਘ ਜੀ ਅਤੇ ਭਾਈ ਕੇਹਰ ਸਿੰਘ ਜੀ ਨੇ ਉਸ ਜ਼ਾਲਮ ਨੂੰ ਸੋਧਾ ਲਾ ਕੇ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ। ਜੋ ਖਾਲਸੇ ਦੀਆਂ ਰਵਾਇਤਾਂ ਹਨ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਤੋਂ ਚਲੀਆਂ ਆਉਂਦੀਆਂ ਨੇ, ਉਹ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਭਾਈ ਕੇਹਰ ਸਿੰਘ ਜੀ ਨੇ ਪੂਰੀਆਂ ਕਰ ਵਿਖਾਈਆਂ। ਸੋ ਖਾਲਸਾ ਜੀ ਉਹਨਾਂ ਸ਼ਹੀਦਾਂ ਨੂੰ ਜਿੱਥੇ ਯਾਦ ਕਰ ਰਹੇ ਹੋ, ਗੁਰੂ ਚਰਨਾਂ 'ਚ ਬੈਠ ਕੇ ਗੁਰੂ ਕੀ ਬਾਣੀ ਦੇ ਕੀਰਤਨ ਸਰਵਣ ਕੀਤੇ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਲੜੀਵਾਰ ਕਥਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਵੀ ਸੰਗਤਾਂ ਸਰਵਣ ਕਰ ਰਹੀਆਂ ਨੇ ਔਰ ਗੁਰੂ ਦਰਬਾਰ ਵਿੱਚ ਵੀ ਸਰਵਣ ਕਰ ਰਹੀਆਂ ਨੇ। ਕਥਾ ਚੱਲ ਰਹੀ ਹੈ ਮੁਕਤਨਾਮੇ ਦੀ। 10ਵੇਂ ਪਾਤਸ਼ਾਹ ਦੇ ਦੋ ਸਿੱਖ ਆਪਸ ਵਿੱਚ ਝਗੜ ਪਏ, ਭਾਈ ਮਾਲਾ ਸਿੰਘ ਅਤੇ ਭਾਈ ਲੌਰਾ ਸਿੰਘ। ਲੌਰਾ ਸਿੰਘ ਤੋਂ 100 ਰੁਪਈਆ ਲੌਰਾ ਸਿੰਘ ਨੇ 100 ਰੁਪਈਆ ਮਾਲਾ ਸਿੰਘ ਤੋਂ ਕਰਜ਼ਾ ਚੁੱਕਿਆ ਸੀ, ਪਰ ਵਾਪਸ ਦੇਣ ਦਾ ਨਾਂ ਨਹੀਂ ਸੀ ਲੈਂਦਾ। ਜਦੋਂ ਮਾਲਾ ਸਿੰਘ ਨੇ ਪੈਸੇ ਮੰਗੇ ਤਾਂ ਕਹਿੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ, ਅਤੇ ਕੋਈ ਨਹੀਂ ਲੇਖਾ ਪੁੱਛਣਾ ਕਹਿੰਦਾ ਕਿਸੇ ਨੇ। ਕਲਗੀਧਰ ਪਾਤਸ਼ਾਹ ਸੁਣਦੇ ਸੀ, ਉਹ ਕਹਿੰਦੇ ਭਾਈ ਲੇਖਾ ਸਾਸ ਗਿਰਾਸ, ਹਰ ਗੱਲ ਲੇਖੇ ਵਿੱਚ ਹੁੰਦੀ ਹੈ। ਜੇ ਗੁਰੂ ਬਖਸ਼ੇਗਾ ਤੇ ਤਾਂ ਹੀ ਨਹੀਂ ਨਾ ਲੇਖਾ ਪੁੱਛੇਗਾ ਕੋਈ, ਜੇ ਗੁਰੂ ਨੇ ਬਖਸ਼ਿਆ ਹੀ ਨਹੀਂ ਫਿਰ ਤਾਂ ਪੁੱਛੇਗਾ। ਜੇ ਅਸੀਂ ਕਿਸੇ ਦਾ ਹੱਕ ਖਾਵਾਂਗੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਤਾਂ ਉਹ ਫਿਰ ਸੱਚੇ ਪਾਤਸ਼ਾਹ ਜੀ ਨੇ ਬੁਲਾ ਲਈ ਸਵੇਰੇ। ਭਾਈ ਲੌਰਾ ਸਿੰਘ ਨੇ ਉਸੇ ਵੇਲੇ ਪੈਸੇ ਵੀ ਦੇ ਦਿੱਤੇ ਮਾਲਾ ਸਿੰਘ ਦੇ ਵਾਪਸ, ਅਤੇ ਆਪਣੀ ਗਲਤੀ ਦੀ ਭੁੱਲ ਵੀ ਬਖਸ਼ਾਈ। ਅਤੇ ਫਿਰ ਮਹਾਰਾਜ ਜੀ ਨੇ ਮੁਕਤਨਾਮਾ ਦੱਸਿਆ, ਜਿਹਦੇ ਵਿੱਚ ਮਹਾਰਾਜ ਨੇ ਇਹ ਮਰਜ਼ਾਦਾ ਸਾਰੀ ਸਮਝਾਈ ਹੈ ਵੀ ਗੁਰੂ ਕੇ ਸਿੱਖ ਨੂੰ ਕਰਜ਼ਾ ਚੁੱਕਣਾ ਹੀ ਨਹੀਂ ਚਾਹੀਦਾ। ਕਰਜ਼ਾ ਚੁੱਕਣ ਵਾਲਾ ਗੁਲਾਮ ਹੋ ਜਾਂਦਾ, ਉਹਦੇ ਦਿਮਾਗ ਦੇ ਉੱਤੇ ਭਾਰੀ ਬੋਝ ਪੈ ਜਾਂਦਾ ਵੀ ਮੇਰਾ ਕਰਜ਼ਾ ਕਦੋਂ ਉਤਰੇਗਾ, ਕਦੋਂ ਮੈਂ ਇਸ ਤੋਂ ਬਰੀ ਹੋਵਾਂਗਾ। ਅਤੇ ਜੇ ਕਰਜ਼ਾ ਲੈ ਲਵੇ ਸਿੱਖ ਤਾਂ ਇਮਾਨਦਾਰੀ ਨਾਲ ਮੋੜਨਾ ਚਾਹੀਦਾ, ਜੇ ਨਾ ਮੋੜੇ ਤਾਂ ਉਹਦੀ ਆਤਮਾ ਹੋਰ ਮੈਲੀ ਹੋ ਜਾਂਦੀ ਹੈ, ਹੋਰ ਉਹਦਾ ਅੰਤਸ਼ਕਰਨ ਮਲੀਨ ਹੋ ਜਾਂਦਾ। ਇਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਰਹਿਤ ਬਹਿਤ ਖਾਲਸੇ ਦੀ ਦੱਸਦੇ ਆ ਰਹੇ ਨੇ। ਮੁਕਤਨਾਮੇ ਦੇ ਵਿੱਚੋਂ ਇਹ ਬਚਨ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ 100 ਸਾਖੀ ਵਿੱਚੋਂ ਕੋਟ ਕੀਤੇ ਹਨ। 100 ਸਾਖੀ ਉਹ ਪੋਥੀ ਹੈ ਜੋ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ 7ਵੀਂ ਪੀੜ੍ਹੀ ਸਨ। ਉਹਨਾਂ ਮਹਾਂਪੁਰਸ਼ਾਂ ਨੇ ਭਾਈ ਸਾਹਿਬ ਸਿੰਘ ਲਿਖਾਰੀ ਨੂੰ ਸਤਿਗੁਰਾਂ ਦਾ ਇਤਿਹਾਸ ਸੁਣਾਇਆ ਸੀ। ਜਿਹੜੇ ਜਿਹੜੇ ਬਚਨ ਅਗੰਮੀ ਬਚਨ ਵੀ ਹੋਏ ਸਨ ਉਹ ਵੀ ਲਿਖਵਾਏ ਸਨ, ਉਹ ਸਾਰੇ 100 ਸਾਖੀ ਵਿੱਚ ਦਰਜ ਹਨ। ਕਵੀਰਾਜ ਭਾਈ ਸੰਤੋਖ ਸਿੰਘ ਜੀ ਜਦੋਂ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ ਹੈ ਤਾਂ ਅਸਲ ਵਿੱਚ 500 ਸਾਖੀਆਂ ਸਨ, ਜਿਸ 'ਚੋਂ 400 ਅਲੋਪ ਹੋ ਗਈਆਂ। ਇਹ ਸਾਰੀਆਂ ਸਾਖੀਆਂ ਦਾ ਉਲੱਥਾ ਸੂਰਜ ਪ੍ਰਕਾਸ਼ ਗ੍ਰੰਥ ਬਣਿਆ ਹੈ। ਹੋਰ ਵੀ ਪੁਰਾਤਨ ਗ੍ਰੰਥਾਂ ਦੇ ਵਿੱਚ ਹਵਾਲੇ
ਪ੍ਰਮਾਣ ਲਏ ਗਏ ਹਨ। ਸਾਰਾ ਇਤਿਹਾਸ ਪਿੰਡ ਪਿੰਡ ਜਾ ਕੇ ਭਾਈ ਸਾਹਿਬ ਨੇ ਇਕੱਠਾ ਕੀਤਾ ਹੈ। ਜਿੰਨੀ ਮਿਹਨਤ ਭਾਈ ਸੰਤੋਖ ਸਿੰਘ ਸਾਹਿਬ ਜੀ ਗੁਰ ਇਤਿਹਾਸ ਦਾ ਇਹ ਵੱਡਾ ਮਹਿਲ ਉਸਾਰਨ ਤੇ ਕਰ ਗਏ ਨੇ, ਜੇ ਨਾ ਕਰਦੇ ਖਾਲਸਾ ਜੀ, ਅੱਜ ਸਾਡੇ ਕੋਲ ਸਤਿਗੁਰਾਂ ਦੀ ਕੋਈ ਕਥਾ, ਕੋਈ ਸਬੂਤ, ਕੋਈ ਪ੍ਰਮਾਣ ਨਹੀਂ ਸੀ ਹੋਣਾ। ਉਹਨਾਂ ਮਹਾਂਪੁਰਸ਼ਾਂ ਦੀ ਦੇਣ ਅਸੀਂ ਦੇ ਨਹੀਂ ਸਕਦੇ। ਆ ਜੋ ਪ੍ਰਸੰਗ ਹਨ ਇਹ ਖਾਲਸੇ ਦੀ ਰਹਿਤ ਦੇ ਪਰਥਾਏ ਹਨ। ਇਹਨੂੰ ਪੜ੍ਹ ਕੇ ਮੁਕਤੀ ਹੋਵੇਗੀ, ਕਿਉਂਕਿ ਬੰਧਨ ਕੀ ਹੈ? ਬੰਧਨ ਸਾਧ ਸੰਗਤ ਜੀ ਮਾਇਆ ਦਾ ਹੈ। ਮਾਇਆ ਦੇ ਬੰਧਨ 'ਚ ਜੀਵ ਬੰਨਿਆ ਹੋਇਆ ਹੈ। ਉਹਦੇ ਮਾਇਆ ਦੇ ਬੜੇ ਰੂਪ ਹਨ, ਅਨੇਕਾਂ ਹੀ ਰੂਪ ਹਨ। ਉਹ ਸਾਰੇ ਬੰਧਨਾਂ ਵਿੱਚੋਂ ਨਿਕਲਣ ਦਾ ਇੱਕੋ ਹੀ ਤਰੀਕਾ ਹੈ, ਗੁਰੂ ਦੀ ਰਹਿਤ ਅਨੁਸਾਰ ਜੀਵਨ ਜੀਓ, ਗੁਰੂ ਦੇ ਭਾਣੇ ਵਿੱਚ ਚੱਲੋ, ਗੁਰੂ ਅੱਗੇ ਅਰਦਾਸ ਕਰੋ, ਗੁਰੂ ਛੁਡਾਵੇਗਾ। ਸੋ ਆਓ ਇਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਸਾਰੀ ਸੰਗਤ ਰਸਨਾ ਨੂੰ ਪਵਿੱਤਰ ਕਰੀਏ। ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਤ ਕਾਰਜ ਗੁਰ ਭਾਵ ਹਿਤ ਹੋਏ ਭਾਵਨੀ ਪੂਰ। ਕਹਿੰਦੇ ਜਿਹੜੇ ਕਾਰਜ ਲਈ ਗੁਰੂ ਕਾ ਸਿੱਖ ਗੁਰੂ ਦੇ ਪ੍ਰੇਮ ਵਿੱਚ ਆ ਕੇ ਅਰਦਾਸ ਕਰੇ, ਜਿਹੜਾ ਕੰਮ ਗੁਰੂ ਦੇ ਪਿਆਰ ਵਿੱਚ ਕਰੇ, ਕਿਉਂਕਿ ਕੰਮ ਤਾਂ ਕੋਈ ਵੀ ਹੈ। ਕੋਈ ਬੰਦਾ ਕਵੇ ਨਾ ਮੈਂ ਕੋਈ ਕੰਮ ਨਹੀਂ ਕਰਦਾ, ਕੋਈ ਕਵੇ ਮੈਂ ਤਾਂ ਕੋਈ ਕੰਮ ਨਹੀਂ ਕਰਦਾ, ਮੈਂ ਵਿਹਲਾ ਬੈਠਾ ਹਾਂ, ਤਾਂ ਗ੍ਰਾਮਰ ਦੀ ਭਾਸ਼ਾ ਵਿੱਚ ਬੈਠਣਾ ਵੀ ਇੱਕ ਕਿਰਿਆ ਹੈ। ਬੈਠਣਾ ਵੀ ਇੱਕ ਕਿਰਿਆ ਹੈ। ਵਿਹਲਾ ਕੋਈ ਨਹੀਂ ਬਹਿੰਦਾ, ਹਰ ਵੇਲੇ ਕੁਝ ਨਾ ਕੁਝ ਕਰਦਾ, ਆਰਾਮ ਕਰਦਾ ਹਾਂ। ਆਰਾਮ ਕਰਦੇ ਨੂੰ ਆਪਾਂ ਕੰਮ ਕਰਦਾ ਨਹੀਂ ਸਮਝਦੇ, ਪਰ ਆਰਾਮ ਤਾਂ ਕਰਦਾ, ਕਿਰਿਆ ਤਾਂ ਹੈ ਨਾ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਵੀ ਕੰਮ ਹੈ ਸੰਸਾਰ ਦਾ ਦੋ ਤਰ੍ਹਾਂ ਦਾ ਹੈ। ਇੱਕ ਹੈ ਪਰਮਾਰਥ ਦੇ ਲਈ ਚੰਗਾ ਕੰਮ ਜਿਹਦੇ ਨਾਲ ਭਲਾ ਹੋਣਾ, ਇੱਕ ਹੈ ਮਾੜੇ ਪਾਸੇ ਜਾਣਾ। ਜੇ ਆਪਾਂ ਵਿਹਲੇ ਬੈਠੇ ਕਰਾਂਗੇ ਕੁਛ ਨਾ ਕੁਛ, ਜਾਂ ਚੰਗਾ ਕਰਾਂਗੇ ਜਾਂ ਮਾੜਾ ਕਰਾਂਗੇ। ਕਹਿੰਦੇ ਚੰਗਾ ਕਰ ਲਵੇ, ਗੁਰਦੁਆਰੇ ਚਲਾ ਜਾਵੇ, ਪਾਠ ਕਰਨ ਲੱਗ ਜਾਵੇ, ਸੇਵਾ ਕਰਨ ਲੱਗ ਜਾਵੇ, ਗੁਰੂ ਕੇ ਸਿੱਖਾਂ ਦੇ ਨਾਲ ਸੰਗਤ ਕਰੇ, ਕੀਰਤਨ ਕਰੇ, ਕਥਾ ਸੁਣੇ, ਕੋਈ ਭਲਾ ਕੰਮ ਕਰੇ, ਕਿਸੇ ਗਰੀਬ ਨੂੰ ਰੋਟੀ ਖਵਾਵੇ, ਕਿਸੇ ਦੀ ਮਦਦ ਕਰੇ। ਜੇ ਉਹ ਨਹੀਂ ਕਰੇਗਾ ਫਿਰ ਕੀ ਕਰੇਗਾ? ਜੂਆ ਖੇਡੇਗਾ, ਸ਼ਰਾਬ ਪੀਏਗਾ, ਕਿਉਂਕਿ ਉਹਨੇ ਬੰਦੇ ਨੇ ਵਿਹਲਾ ਤਾਂ ਰਹਿਣਾ ਨਹੀਂ, ਮਨ ਨੇ ਤਾਂ ਕੁਛ ਨਾ ਕੁਛ ਕਰਨਾ ਹੀ ਹੈ ਨਾ। ਇਸ ਕਰਕੇ ਕਵੀ ਜੀ ਲਿਖ ਰਹੇ ਨੇ, ਭਾਈ ਸਾਹਿਬ ਸਿੰਘ ਜੀ ਲਿਖਾਰੀ ਇਹ ਮੁਕਤਨਾਮਾ ਲਿਖਿਆ ਹੈ। ਲਿਖਾਇਆ ਭਾਈ ਰਾਮ ਕੌਰ ਸਾਹਿਬ ਜੀ ਨੇ। 10ਵੇਂ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਹਨ, ਜਿਹੜੇ ਸਾਧ ਸੰਗਤ ਜੀ ਲੌਰਾ ਸਿੰਘ ਤੇ ਮਾਲਾ ਸਿੰਘ ਦੇ ਪ੍ਰਥਾਏ ਉਚਾਰਨ ਹੋਏ। ਮਹਾਰਾਜ ਕਹਿ ਰਹੇ ਨੇ ਗੁਰੂ ਕਾ ਸਿੱਖ ਭਾਵਨਾ ਕਰਕੇ ਕੋਈ ਵੀ ਕੰਮ ਕਰੇ ਭਲੇ ਦਾ, ਗੁਰੂ ਉਹਦੀ ਭਾਵਨੀ ਪੂਰੀ ਕਰੇਗਾ। ਚੰਗੇ ਕੰਮ ਵਿੱਚ ਗੁਰੂ ਸਹਾਇਤਾ ਕਰੇਗਾ। ਹੋਏ ਭਾਵਨੀ ਪੂਰ, ਉਹਦੀ ਭਾਵਨਾ ਪੂਰੀ ਹੋਏਗੀ। ਇਹ ਨਾ ਸੋਚੇ ਵੀ ਮੈਂ ਚੰਗਾ ਕੰਮ ਕਰਨ ਲੱਗਾ ਮੇਰੀ ਕਿਸੇ ਨੇ ਮਦਦ ਨਹੀਂ ਕਰਨੀ, ਨਾ ਕੋਈ ਕਰੇ, ਗੁਰੂ ਤਾਂ ਕਰੇਗਾ, ਗੁਰੂ ਤਾਂ ਉਸ ਕੰਮ ਨੂੰ ਸਿਰੇ ਲਾਏਗਾ। ਹਾਂਜੀ, ਇਹਾਂ ਸਿਦਕ ਸਾਬਤ ਭਇਓ ਆਗੇ ਸੁਖ ਭਰਪੂਰ। ਜਿਹੜਾ ਗੁਰੂ ਦੇ ਅੱਗੇ ਅਰਦਾਸ ਕਰਕੇ ਗੁਰੂ ਦੇ ਸਿਦਕ ਭਰੋਸੇ ਤੇ ਕੰਮ ਕਰੇਗਾ, ਕੋਈ ਵੀ ਕੰਮ ਕੀਤਾ, ਲੋਹੜੀ ਹੈ ਕੰਮ ਸੋ ਹਰ ਪੈ ਆਖੀ, ਅੱਗੇ ਚੱਲ ਕੇ 101 ਅਰਦਾਸਾਂ ਆਉਣੀਆਂ ਨੇ। ਕੋਈ ਵੀ ਕੰਮ ਕਰਨ ਲੱਗਿਆ ਉਸ ਤੋਂ ਪਹਿਲਾਂ ਅਰਦਾਸ ਕਰਨੀ, ਮਹਾਰਾਜ ਕਾਰਜ ਕਰਨ ਲੱਗਿਆ ਕਿਰਪਾ ਕਰਿਆ ਜੀ। ਕੋਈ ਘਰੋਂ ਤੁਰਨ ਲੱਗੇ ਆਪਾਂ, ਸਵੇਰੇ ਜੋੜਾ ਪਾ ਕੇ ਤੁਰਨ ਲੱਗਿਆ ਤਾਂ ਵੀ ਅਰਦਾਸ ਕਰੇ, ਮਹਾਰਾਜ ਕਿਰਪਾ ਕਰਿਆ ਜੀ। ਪ੍ਰਸ਼ਾਦਾ ਛਕਣ ਲੱਗੇ ਤਾਂ ਵੀ ਮਹਾਰਾਜ ਅਰਦਾਸ ਕਰੋ, ਕਿਰਪਾ ਕਰੋ ਮਹਾਰਾਜ, ਆਪਣੀ ਕਿਰਪਾ ਨਾਲ ਇਸ ਪ੍ਰਸ਼ਾਦ ਨੂੰ ਅੰਮ੍ਰਿਤ ਬਣਾ ਦਿਓ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਰਦਾਸ ਕਰੇ। ਕਹਿੰਦੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ, ਉਹ ਕਾਰਜ ਰਾਸ ਹੁੰਦਾ ਹੈ। ਹਾਂਜੀ, ਤੁਰਕ ਮੀਤ ਕਰੀਐ ਨਾ ਵਿਸਾਹੂ। ਅੱਛਾ, ਸੋ ਕਹਿੰਦੇ ਵੀ ਤੁਰਕਾਂ ਦਾ ਵਿਸਾਹ ਨਹੀਂ ਖਾਣਾ। ਪੜ੍ਹੈ ਪਾਰਸੀ ਬੇਮੁਖ ਵਾਹੂ। ਕਹਿੰਦੇ ਕਿਉਂਕਿ ਤੁਰਕ ਸਹੁੰ ਪਾ ਕੇ ਮਿੱਤਰ ਬਣਾ ਕੇ ਦਗਾ ਕਰ ਜਾਂਦੇ ਹੈ। ਔਰੰਗਜ਼ੇਬ ਨੂੰ ਵੀ ਬਚਨ ਲਿਖ ਕੇ ਭੇਜੇ ਮਹਾਰਾਜ ਨੇ, ਮਹਾਰਾਜ ਇਤਬਾਰੇ ਬਰੀ ਕਸਮ ਨੇ, ਤੇਰੀਆਂ ਕਸਮਾਂ ਤੇ ਮੈਨੂੰ ਇਤਬਾਰ ਨਹੀਂ, ਕਿਉਂਕਿ ਤੂੰ ਸੈਂਕੜੇ ਕਸਮਾਂ ਖਾ ਕੇ ਮੁੱਕਰਨ ਵਾਲਾ ਹੈ।
ਤੇ ਮੁਕਰਿਆ ਹੈ। ਸਾਧ ਸੰਗਤ ਜੀ ਅੱਜ ਕੱਲ੍ਹ ਕਈ ਕਹਿੰਦੇ ਆ ਇਹ ਤਾਂ ਜੀ ਕਿਸੇ ਜਾਤੀ ਨਾਲ ਵਿਸ਼ੇਸ਼ ਨਾਲ ਵਿਤਕਰਾ ਹੈ, ਪਰ ਸੱਚਾਈ ਨੂੰ ਕੌਣ ਝੁਠਲਾ ਸਕਦਾ ਹੈ। ਠੀਕ ਹੈ, ਸਾਰੇ ਤਾਂ ਨਹੀਂ ਹੁੰਦੇ, ਪਰ ਬਹੁ ਗਿਣਤੀ ਇੱਕ ਸੋਚ ਬਣ ਜਾਂਦੀ ਹੈ। ਉਹ ਭੀੜ ਦੀ ਜਿਹੜੀ ਸੋਚ ਹੁੰਦੀ ਹੈ ਉਹਦੀ ਗੱਲ ਹੁੰਦੀ ਹੈ। ਸਾਰੇ ਆਪਾਂ ਨਹੀਂ ਕਹਿ ਸਕਦੇ। ਸਾਈਂ ਮੀਆਂ ਮੀਰ ਜੀ ਵੀ, ਫਰੀਦ ਜੀ ਵੀ ਮੁਸਲਮਾਨ ਸਨ, ਪਰ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੈ, ਉਹਨਾਂ ਨੂੰ ਨਮਸਕਾਰ ਹੈ। ਆਖੋ ਸ੍ਰੀ ਵਾਹਿਗੁਰੂ। ਪਰ ਜਿਹੜੇ ਇਹੋ ਜਿਹੇ ਮਨ ਬਿਰਤੀ ਵੀ, ਜਿਵੇਂ ਮਹਾਰਾਜ ਨੇ ਲਿਖਿਆ ਨਾ, ਹਿੰਦੂ ਅੰਨਾ ਤੇ ਤੁਰਕੂ ਕਾਣਾ। ਉਹ ਕਾਣਾ ਕਿਉਂ ਹੈ? ਜਿਹਦੀ ਇੱਕ ਅੱਖ ਹੁੰਦੀ ਹੈ ਨਾ, ਉਹ ਇੱਕ ਪਾਸੇ ਦੇਖਦਾ, ਦੂਜੇ ਪਾਸੇ ਦੇਖ ਨਹੀਂ ਸਕਦਾ। ਆਪਣੇ ਪੱਖ ਵਾਲਿਆਂ ਨੂੰ ਦੇਖਣਾ, ਆਪਣੇ ਪੱਖ ਵਾਲਿਆਂ ਦਾ ਬਚਾਅ ਕਰਨਾ, ਦੂਜਿਆਂ ਨੂੰ ਮਾਰ ਦੇਣਾ। ਔਰੰਗਜ਼ੇਬ ਨੇ ਇਹੀ ਕੁਝ ਕੀਤਾ ਹੈ। ਤਾਂ ਉਹ ਤੁਰਕ ਦਾ ਵਿਸਾਹ ਨਾ ਖਾਵੇ। ਸਾਡੇ ਪਿਤਾ ਜੀ ਦੇ ਮਾਮਾ ਜੀ 3 ਮਰਬੇ ਜ਼ਮੀਨ ਸੀਗੀ ਪਾਕਿਸਤਾਨ, 5 ਘੋੜੀਆਂ, 100 ਮੱਝਾਂ ਤੇ ਬਹੁਤ ਸਾਰਾ ਘਰ ਦਾ ਸਮਾਨ, ਗੱਡੇ ਰੇੜੇ ਸੁਹਾਗੇ। ਜਿਹੜਾ 3 ਮਰਬੇ 75 ਕਿੱਲੇ ਜ਼ਮੀਨ ਹੁੰਦੀ ਹੈ, ਉਹਦੇ ਕਿੰਨਾ ਸੰਦਾ ਹੁੰਦਾ ਤੁਸੀਂ ਸਮਝਦੇ ਹੀ ਹੋ। ਪਾਕਿਸਤਾਨ ਤੋਂ ਆਉਣ ਲੱਗੇ, ਸਿਰਫ ਆਪਣਾ ਸੋਨਾ ਕੋਈ 2 ਕਿਲੋ ਸੀਗਾ, ਉਹ ਆਪਣੇ ਕਬਜ਼ੇ 'ਚ ਇੱਦਾਂ ਬੰਨ੍ਹ ਲਿਆ, ਜ਼ਮੀਨ ਦੇ ਕਾਗਜ਼ ਬੰਨ੍ਹ ਲਏ। ਤੇ ਭਰਾ ਬਣਾਇਆ ਸੀ ਪੱਗ ਵੱਟ ਰੀਮੂ। ਉਹ ਕਹਿੰਦਾ ਗੁਰਮੁਖ ਸਿੰਘ ਚੱਲ ਮੈਂ ਤੈਨੂੰ ਛੱਡ ਕੇ ਆਉਣਾ, ਤੇ ਉਹ ਨਾਲ ਤੁਰ ਪਿਆ। 100 ਮੱਝਾਂ, 5 ਘੋੜੀਆਂ ਉਹਨੂੰ ਦਿੱਤੀਆਂ, ਸਾਰਾ ਕੁਝ ਉਹਨੂੰ ਸੰਭਾਲਿਆ, ਆਪਣਾ ਘਰ, ਚਾਬੀਆਂ ਵੀ ਤੂੰ ਸਾਂਭ ਜਰਾ। ਤੇ ਉਦੋਂ ਇਹ ਸੀ ਵੀ ਸ਼ਾਇਦ ਅਸੀਂ ਵਾਪਸ ਆ ਜਾਣਾ। ਇਹ ਵੀ ਰੌਲਾ ਸੀ ਵੀ ਥੋੜ੍ਹੇ ਦਿਨ ਰੌਲਾ ਪੈਣਾ, ਫਿਰ ਆਪਣੇ ਘਰਾਂ 'ਚ ਵਾਪਸ ਆ ਜਾਵਾਂਗੇ। ਉੱਥੋਂ 2 ਮੀਲ ਅੱਗੇ ਗਿਆ, ਕਹਿਣ ਲੱਗਾ ਗੁਰਮੁਖ ਸਿੰਘ ਤੇਰੇ ਹੱਥ ਤਲਵਾਰ ਹੈ, ਮੁਸਲਮਾਨ ਵੇਖ ਕੇ ਨਾ ਤਲਵਾਰ ਤੇਰੇ ਗਲ ਪੈਣਗੇ, ਜਰਾ ਮੈਨੂੰ ਫੜਾ ਦੇ। ਉਹਨੇ ਆਖਿਆ ਇਹ ਮੇਰਾ ਭਰਾ ਬਣਿਆ, ਲੈ ਕੋਈ ਗੱਲ ਹੀ ਨਹੀਂ, ਤਲਵਾਰ ਉਹਨੂੰ ਫੜਾਤੀ। ਉਹਨੇ ਪਿੱਛੋਂ ਦੀ ਹੋ ਕੇ ਵਾਰ ਕੀਤਾ, ਸਿਰ ਲਾ ਕੇ ਉਹ ਮਾਰਿਆ, ਸੋਨਾ ਵੀ ਲੈ ਗਿਆ। ਸਾਧ ਸੰਗਤ ਜੀ, ਫਿਰ ਇਹ ਬਚਨ ਝੂਠੇ ਨਹੀਂ ਲਿਖੇ ਹੋਏ, ਜਿਨ੍ਹਾਂ ਦੇ ਹੱਡੀ ਬੀਤੇ ਆ ਉਹਨਾਂ ਨੇ ਲਿਖੇ ਆ। ਕਹਿੰਦੇ ਤੁਰਕ ਮੀਤ ਕਰੀਏ ਨਾ ਵਿਸਾਹੂ, ਮਿੱਤਰ ਨਾ ਬਣਾਵੇ, ਕਿਉਂਕਿ ਵਿਸਾਹ ਨਾ ਖਾਵੇ, ਧੋਖਾ ਕਰਨੋਂ ਬਾਜ ਨਹੀਂ ਆਉਂਦਾ। ਪੜ੍ਹੈ ਪਾਰਸੀ ਬੇਮੁਖ ਵਾਹੂ। ਫਾਰਸੀ ਪੜ੍ਹੇ ਸੋ ਬੇਮੁਖ ਹੈ। ਹੁਣ ਤੁਸੀਂ ਕਹੋਗੇ ਵੀ ਫਾਰਸੀ ਤਾਂ 10ਵੇਂ ਪਾਤਸ਼ਾਹ ਆਪ ਵੀ ਪੜ੍ਹੇ ਹੋਏ ਸੀਗੇ। ਜਫਰਨਾਮਾ ਫਾਰਸੀ 'ਚ ਲਿਖਿਆ, ਭਾਈ ਨੰਦ ਲਾਲ ਜੀ ਦੀ ਬਾਣੀ ਫਾਰਸੀ ਵਿੱਚ ਹੀ ਹੈ। ਫਿਰ ਬੇਮੁਖ ਕਿਉਂ ਲਿਖਿਆ? ਖਾਲਸਾ ਜੀ ਕੱਚਿਆਂ ਵਾਸਤੇ। ਜਿਹੜੇ ਪੱਕੇ ਨੇ ਉਹ ਡੋਲਦੇ ਨਹੀਂ ਹੁੰਦੇ, ਜਿਹੜੇ ਕੱਚੇ ਨੇ, ਜਿਵੇਂ ਛੋਟੇ ਬੱਚੇ ਹੁੰਦੇ ਨਾ, ਉਹ ਕਹਿੰਦੇ ਆ ਵੀ ਆਟੇ ਦੇ ਦੀਵੇ ਹੁੰਦੇ ਆ, ਜਿੱਧਰ ਮਰਜ਼ੀ ਮੋੜ ਦਿਓ। ਉਹਨਾਂ ਨੂੰ ਜਿੱਦਾਂ ਦੀ ਸਿੱਖਿਆ ਦਿਓ, ਜੋ ਕਿਤਾਬਾਂ 'ਚ ਪੜ੍ਹਾਓ, ਸਕੂਲਾਂ 'ਚ ਉੱਦਾਂ ਦੇ ਬਣ ਜਾਂਦੇ ਆ। ਬੱਚਿਆਂ ਨੂੰ ਫਾਰਸੀ ਪੜ੍ਹਨ ਪਾ ਦਈਏ, ਅੰਗਰੇਜ਼ੀ ਪੜ੍ਹਨ ਪਾ ਦਈਏ, ਉਹਨਾਂ ਦੇ ਸਕੂਲਾਂ 'ਚ ਜਾਣਗੇ, ਉਹ ਤਾਂ ਸਿੱਖ ਜਾਣਗੇ, ਊੜਾ ਐੜਾ ਨਹੀਂ ਸਿੱਖਣਗੇ, ਤਾਂ ਫਿਰ ਉਹਨਾਂ ਤੋਂ ਸਿੱਖੀ ਦੀ ਆਸ ਨਾ ਰੱਖਿਆ ਜੇ। ਇਸ ਕਰਕੇ ਰਹਿਤਨਾਮਿਆਂ 'ਚ ਲਿਖਿਆ, ਗੁਰੂ ਕਾ ਸਿੱਖ ਆਪਣੇ ਬੱਚੇ ਨੂੰ ਪਹਿਲਾਂ ਗੁਰਮੁਖੀ ਅੱਖਰ ਪੜ੍ਹਾਵੇ, ਉਸ ਤੋਂ ਬਾਅਦ ਜਿਹੜੀ ਮਰਜ਼ੀ ਭਾਸ਼ਾ ਪੜ੍ਹਾਵੇ। ਪਰ ਜੇ ਪਹਿਲਾਂ ਗੁਰਮੁਖੀ ਨਹੀਂ ਪੜ੍ਹਿਆ, ਜੇ ਪਹਿਲਾਂ ਗੁਰਸਿੱਖੀ ਦਾ ਰੰਗ ਨਹੀਂ ਚੜ੍ਹਿਆ, ਤੇ ਉਹ ਕਿਸੇ ਹੋਰ ਮਦਰਸੇ ਵਿੱਚ, ਕਿਸੇ ਹੋਰ ਸਕੂਲ ਵਿੱਚ ਪੈ ਗਿਆ। ਜਿਹੜੀ ਉਹਨੂੰ ਉੱਥੋਂ ਟ੍ਰੇਨਿੰਗ ਮਿਲ ਗਈ, ਜੋ ਉਹਨੇ ਸਿੱਖ ਲਿਆ, ਉਹਨੇ ਉਹੀ ਪਾਠ ਪੜ੍ਹਨਾ। ਅੱਜ ਸਾਡੇ ਘਰਾਂ 'ਚ ਸਾਡੇ ਬੱਚੇ ਗੁਰੂ ਘਰ ਤੋਂ ਬੇਮੁਖ ਹੁੰਦੇ ਜਾਂਦੇ ਆ। ਉਹਦਾ ਕਾਰਨ ਕੀ ਹੈ? ਕਾਰਨ ਇਹੀ ਹੈ ਵੀ ਬਚਪਨ 'ਚ ਦੂਜੀ ਸਿੱਖਿਆ ਪਹਿਲਾਂ ਦਿੰਦੇ ਆ ਗੁਰਮਤ ਦੀ। ਕਹਿੰਦੇ ਕੋਈ ਨਹੀਂ, ਹੌਲੇ ਹੌਲੇ ਵੱਡਾ ਹੋ ਕੇ ਸਿੱਖ ਜਾਏਗਾ, ਪਾਠ ਕਿਹੜਾ ਦੂਰ ਦੌੜ ਚੱਲਿਆ। ਪਰ ਪੁਰਾਣੇ ਸਿੰਘ ਪਹਿਲਾਂ ਗੁਰਮੁਖੀ, ਨਿਤਨੇਮ, 5 ਗ੍ਰੰਥੀ, 22 ਵਾਰਾਂ, ਭਗਤ ਬਾਣੀ, ਗੁਰੂ ਗ੍ਰੰਥ ਸਾਹਿਬ, 10ਮ ਸਾਰਾ ਪੜ੍ਹਾ ਕੇ ਫਿਰ ਕਹਿੰਦੇ ਹੁਣ ਜੋ ਮਰਜ਼ੀ ਪੜ੍ਹ। ਪਰ ਆਹ ਸਿਸਟਮ ਸੁਣ ਕੇ ਸਾਰਿਆਂ ਨੂੰ ਤੁਸੀਂ ਓਪਰਾ ਲੱਗਣਾ, ਕਿਉਂਕਿ ਆਪਣੇ ਜੇ ਕਿਸੇ ਨੇ ਸਿਸਟਮ ਅਪਲਾਈ ਕੀਤਾ ਹੀ ਨਹੀਂ। ਆਪਾਂ ਉਹ ਜਿਹੜਾ ਪ੍ਰਾਤਨ ਮਰਜ਼ਾਦਾ ਉਹ ਇੱਥੇ ਲਿਖੀ ਜਾ ਰਹੀ ਹੈ। ਹਾਂਜੀ। ਮਰਨ ਕੇ ਜਨਮ ਪੁੱਤਰ ਕੈ ਵਿਆਹੂ। ਕਹਿੰਦੇ ਬੱਚੇ ਦਾ ਜਨਮ ਹੋਵੇ, ਜਾਂ ਕਿਸੇ ਦੀ ਮੌਤ ਹੋਵੇ, ਜਾਂ ਬੱਚੇ ਦਾ ਵਿਆਹ ਸ਼ਾਦੀ, ਘਰ 'ਚ ਕੋਈ ਪ੍ਰੋਗਰਾਮ ਹੋਵੇ, ਬਖਸ਼ਾਵੈ ਤਨਖਾਹ ਸੋ ਰਾਹੂ।
ਉਹਦੇ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਰਹਿਤ ਦੀਆਂ। ਪ੍ਰੋਗਰਾਮ ਘਰ ਚੱਲਦਾ ਹੋਵੇ ਨਾ, ਕਈ ਵਾਰੀ ਕੋਈ ਨਾ ਕੋਈ ਢਿੱਲ ਹੋ ਜਾਂਦੀ। ਆਖੋ ਸ੍ਰੀ ਵਾਹਿਗੁਰੂ। ਬੱਚੇ ਦਾ ਵਿਆਹ ਸ਼ਾਦੀ ਸੀ, ਰਿਸ਼ਤੇਦਾਰ ਆਏ ਸੀ, ਕਈ ਵਾਰੀ ਨਿਤਨੇਮ ਰਹਿ ਗਿਆ, ਨਹੀਂ ਹੋਇਆ, ਕੋਈ ਹੋਰ ਢਿੱਲ ਮੱਠ ਹੋ ਗਈ, ਤਾਂ ਉਹਦੀ ਬਾਅਦ ਵਿੱਚ ਅਰਦਾਸ ਕਰਾਵੇ ਵੀ ਮਹਾਰਾਜ ਮੇਰੇ ਘਰ ਵਿਆਹ ਦੇ ਵਿੱਚ ਰਿਸ਼ਤੇਦਾਰਾਂ ਦੇ ਆਉਂਦਿਆਂ ਕਈ ਭੁੱਲਾਂ ਹੋਈਆਂ, ਬਖਸ਼ ਲਓ। ਸੰਗਤ ਵਿੱਚ ਜਾ ਕੇ ਅਰਦਾਸ ਤਨਖਾਹ ਬਖਸ਼ਾਵੇ। ਇਹ ਮਰਿਆਦਾ ਸੀ। ਅੱਜ ਨਾ ਕੋਈ ਦੱਸਦਾ, ਨਾ ਕੋਈ ਸੁਣਦਾ, ਨਾ ਕੋਈ ਕਰਦਾ। ਉਹ ਕਹਿੰਦੇ ਇਹ ਤੇ ਨਵੀਂ ਗੱਲ ਸੁਣੀ ਹੈ। ਹੁਣ ਇਹ ਨਵੀਂ ਗੱਲ ਪਹਿਲੀ ਵਾਰੀ ਸੁਣੀ ਹੈ ਤਾਂ ਸੁਣਨ ਵਾਲਿਆਂ ਦਾ ਕਸੂਰ ਹੈ, ਸੁਣਾਉਣ ਵਾਲਿਆਂ ਦਾ ਵੀ, ਜਿਨ੍ਹਾਂ ਨੇ ਸੁਣਾਇਆ ਕੋਈ ਨਹੀਂ। ਆਖੋ ਸ੍ਰੀ ਵਾਹਿਗੁਰੂ। ਇਹ ਰਹਿਤਨਾਮੇ 'ਚ ਲਿਖਿਆ ਹੋਇਆ। ਵਿਆਹ ਸ਼ਾਦੀ ਤੋਂ ਬਾਅਦ ਮਹਾਰਾਜ ਦਾ ਸ਼ੁਕਰਾਨਾ ਵੀ ਕਰੇ ਵੀ ਸਤਿਗੁਰੂ ਜੀ ਸਾਡੇ ਘਰ ਪ੍ਰੋਗਰਾਮ ਹੋਇਆ, ਤੁਹਾਡੀ ਕਿਰਪਾ ਨਾਲ ਠੀਕ ਹੋ ਗਿਆ, ਤੇ ਸਾਡੇ ਕੋਲੋਂ ਕਈ ਭੁੱਲਾਂ ਹੋ ਗਈਆਂ। ਮਹਾਰਾਜ ਦਾ ਸਰੂਪ ਲਿਆਂਦਾ, ਲਿਆਉਂਦਿਆਂ ਭੁੱਲ ਹੋ ਗਈ। ਖੰਡ ਪਾਠ ਸਾਹਿਬ ਹੋਇਆ, ਉਹਦੇ 'ਚ ਕੋਈ ਭੁੱਲ ਹੋ ਗਈ। ਪਾਠੀ ਸਿੰਘਾਂ ਦੀ ਸੇਵਾ ਨਹੀਂ ਸਹੀ ਕੀਤੀ, ਉਹਦੇ 'ਚ ਭੁੱਲ ਹੋ ਗਈ। ਕਿ ਰਾਗੀ ਸਿੰਘਾਂ ਦਾ ਮਾਣ ਸਤਿਕਾਰ ਨਹੀਂ ਕੀਤਾ, ਉਹਦਾ ਅੱਜ ਕੱਲ੍ਹ ਬਹੁਤ ਹੀ ਦੇਖਿਆ ਹੈ ਵੀ ਗਾਣ ਵਾਲੀ ਨੂੰ ਤਾਂ 5 ਲੱਖ ਦੇ ਦੇਣਗੇ, ਰਾਗੀ ਸਿੰਘਾਂ ਨੂੰ ਵਿਚਾਰਿਆਂ ਨੂੰ 1100 ਦੇਣ ਲੱਗੇ। ਬਾਬਾ ਭੇਟਾ ਜ਼ਿਆਦਾ ਹੀ ਲੈ ਰਿਹਾ ਤੂੰ, ਨਾਲੇ ਤੂੰ ਕਹਿੰਦੇ ਆ। ਇੰਨਾ ਗਿਰ ਚੁੱਕਾ ਸਾਡਾ ਮਿਆਰ ਸਿੱਖੀ ਦਾ। ਤੇ ਸਾਧ ਸੰਗਤ ਜੀ, ਉਹ ਸਾਰੀਆਂ ਭੁੱਲਾਂ ਦੀ ਕਹਿੰਦੇ ਅਰਦਾਸ ਕਰਾਣੀ ਹੈ, ਮਾਫੀ ਮੰਗਣੀ ਬਾਅਦ ਵਿੱਚ। ਮੋਨੇ ਕਰ ਆਹਾਰ ਨਹਿ ਖਾਨਾ, ਜਿਹਨੇ ਕੇਸ ਕਟਾਏ ਹੋਏ ਨੇ ਉਹਦੇ ਹੱਥ ਦਾ ਨਹੀਂ ਛਕਣਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਇਹ ਮਰਿਆਦਾ ਤਾਂ ਸੀ ਵੀ ਜਦੋਂ ਅਸੀਂ ਢਿੱਲ ਦੇ ਦਿੰਦੇ ਆ ਨਾ, ਉਹ ਕਹਿੰਦਾ ਕੋਈ ਨਹੀਂ ਬਾਬੇ ਮੇਰੇ ਹੱਥ ਦਾ ਖਾ ਪੀ ਲੈਂਦੇ ਆ, ਮੇਰੇ ਸਿੱਖੀ ਮੇਰੇ 'ਚ ਕਿਹੜੀ ਕਮੀ ਹੈ। ਤੇ ਜੇ ਉਹਨੂੰ ਭਾਈ ਸਾਵਧਾਨ, ਪੰਥ ਦੇ ਵਿੱਚ ਮਰਿਆਦਾ ਵਿਗੜਦੀ ਹੈ, ਤੂੰ ਕੱਲਾ ਨਹੀਂ ਸਿਰ ਮਨਾਈ ਬੈਠਾ, ਤੈਨੂੰ ਵੇਖ ਕੇ 10 ਹੋਰਾਂ ਨੇ ਮਨਾਇਆ। ਆ ਪੰਜਾਬ ਦੇ ਵਿੱਚ ਤੇ ਹਜੂਰ ਸਾਹਿਬ 'ਚ ਇੱਕ ਫਰਕ ਹੈ। ਹਜੂਰ ਸਾਹਿਬ ਜੇ ਤਾਂ ਹੋਏਗਾ ਤਾਂ ਪੂਰਾ ਕਲੀਨ ਸੇਵ ਹੀ ਹੋਏਗਾ ਕੋਈ ਬੰਦਾ, ਤੇ ਜੇ ਨਹੀਂ ਤੇ ਫਿਰ ਪੂਰਾ ਤਿਆਰ ਬਰ ਤਿਆਰ ਹੋਏਗਾ। ਸਿੱਖਾਂ ਦੇ ਘਰ ਕੋਈ ਕੇਸ ਨਹੀਂ ਕਟਾਉਂਦਾ। ਜੇ ਕੋਈ ਦਾੜੀ ਨੂੰ ਮਾੜ ਜਾ ਹੱਥ ਵੀ ਲਾ ਦੇਵੇ, ਪਰਿਵਾਰਕ ਸਮਾਜਿਕ ਪੂਰਾ ਬਾਈਕਾਟ ਹੁੰਦਾ ਜੇ। ਤੇ ਜੇ ਆਪਣੇ ਪੰਜਾਬ ਵਿੱਚ ਇਹ ਲਿਹਾਜ਼ ਨਾ ਕੋਈ ਨਹੀਂ, ਆਪਣਾ ਬੱਚਾ ਹੌਲੇ ਹੌਲੇ ਸਮਝ ਜਾਏਗਾ। ਤੇ ਆਹ ਜਿਹੜੀ ਸਾਧ ਸੰਗਤ ਦੀ ਦਾਤਰੀ ਫਿਰੀ ਐ ਨਹੀਂ ਸੀ ਫਿਰਨੀ, ਅਸੀਂ ਢਿੱਲ ਕੀਤੀ। ਉਹ ਕਹਿੰਦੇ ਮੋਨੇ ਦੇ ਹੱਥ ਦਾ ਲੰਗਰ ਨਹੀਂ ਛਕਣਾ। ਸਿਲਾ ਨਾ ਪੂਜਾ ਹੈ ਪਾਨ ਨਾ ਪਾਨਾ, ਕਹਿੰਦੇ ਪੱਥਰ ਦੀ ਪੂਜਾ ਨਹੀਂ ਕਰਨੀ, ਕਿਉਂਕਿ ਪੱਥਰਾਂ ਨੂੰ ਪੂਜ ਕੇ ਬਿਰਤੀ ਪੱਥਰਾਂ ਵਾਲੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਹਨ ਪੂਜਾ ਮੋਲ ਲੈ ਮਨ ਹਠ ਤੀਰਥ ਜਾਹੇ। ਮਨ ਹਠ ਕਰਕੇ ਤੀਰਥਾਂ ਦੇ ਘੁੰਮੀ ਜਾਂਦੇ ਤੇ ਪੱਥਰਾਂ ਨੂੰ ਪੂਜੀ ਜਾਂਦੇ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ। ਪੂਜਤ ਹੈ ਪਸ਼ੁਪਾਹਨ ਕੋ ਕਸ਼ੁਪਾਹਨ ਮੈਂ ਪਰਮੇਸ਼ਰ ਨਹੀਂ। ਪੱਥਰਾਂ 'ਚ ਪਰਮੇਸ਼ਰ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਪੱਥਰਾਂ ਦੀ ਸਿਲਾ ਦੀ ਪੂਜਾ ਨਹੀਂ ਕਰਨੀ। ਵਰਨਾਸ਼ਰਮ ਕੀ ਰੀਤ ਵਿਰੋਧੀ, ਜਿਹੜੇ ਵਰਨ ਆਸ਼ਰਮਾਂ ਦੀ ਵੱਖਰੀਆਂ ਵੱਖਰੀਆਂ ਰੀਤਾਂ ਨੇ, ਵਿਰੋਧੀ ਰੀਤਾਂ ਨੇ ਆਪਸ ਵਿੱਚ। ਕਿਸੇ ਵਰਨ ਦੀ ਕੋਈ ਰੀਤੀ ਹੈ, ਕਿਸੇ ਦੀ ਕੋਈ ਰੀਤੀ ਹੈ। ਮਮ ਸਿੱਖ ਕਰਹਿ ਨ ਰਾਖਹਿ ਸੋਧੀ, ਮੇਰਾ ਸਿੱਖ ਉਹਨਾਂ ਵਿੱਚ ਨਾ ਫਸੇ, ਸੋਧ ਰੱਖੇ। ਖਾਲਸੇ ਦੀ ਰਹਿਤ ਵੱਖਰੀ ਹੈ ਸਾਰਿਆਂ ਤੋਂ, 4 ਵਰਨਾਂ ਤੋਂ ਨਿਆਰਾ ਹੈ ਖਾਲਸਾ। ਇਹਦੇ ਵਿੱਚ 4 ਵਰਨਾਂ ਵਾਲੇ ਗੁਣ ਪਾ ਦਿੱਤੇ ਹੈ। ਬ੍ਰਾਹਮਣ ਦੇ 6 ਕਰਮ ਨੇ, ਵੇਦ ਪੜ੍ਹਨਾ, ਪੜ੍ਹਾਉਣਾ, ਦਾਨ ਦੇਣਾ, ਦਾਨ ਲੈਣਾ, ਯੱਗ ਕਰਨਾ, ਯੱਗ ਕਰਾਉਣਾ। ਛਤਰੀ ਦੇ 4 ਧਰਮ ਨੇ, ਵੇਦ ਪੜ੍ਹਨਾ, ਦਾਨ ਦੇਣਾ, ਯੱਗ ਕਰਾਉਣਾ, ਪ੍ਰਜਾ ਦੀ ਰੱਖਿਆ ਕਰਨੀ। ਵੈਸ਼ ਦੇ 3 ਹਨ, ਵੇਦ ਪੜ੍ਹਨਾ, ਦਾਨ ਦੇਣਾ, ਖੇਤੀਬਾੜੀ ਜਾਂ ਦੁਕਾਨਦਾਰੀ ਬਿਜ਼ਨਸ ਕਰਨਾ। ਸ਼ੂਦਰ ਦਾ ਇੱਕ ਕਰਮ ਹੈ ਸੇਵਾ ਕਰਨੀ। ਮਹਾਰਾਜ ਦਾ ਖਾਲਸਾ ਸਾਰੇ ਗੁਣ ਲਈ ਬੈਠਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਵਿਦਿਆ ਪੜ੍ਹਦਾ ਵੀ ਹੈ, ਪੜ੍ਹਾਉਂਦਾ ਵੀ ਹੈ, ਦਾਨ ਦਿੰਦਾ ਵੀ ਹੈ, ਦਾਨ ਲੈਂਦਾ ਵੀ ਹੈ, ਯੁੱਧ ਕਰਦਾ, ਪ੍ਰਜਾ ਦੀ ਰੱਖਿਆ ਕਰਦਾ, ਖੇਤੀਬਾੜੀ ਵੀ ਕਰਦਾ, ਬਿਜ਼ਨਸ ਵੀ ਕਰਦਾ, ਦੁਕਾਨਦਾਰੀ ਵੀ ਕਰਦਾ, ਨੌਕਰੀ ਵੀ ਕਰਦਾ, ਸੇਵਾ ਵੀ ਕਰਦਾ। ਸਾਰੇ ਖਾਲਸੇ 'ਚ ਗੁਣ ਹਨ। ਇਸ ਕਰਕੇ ਵਰਨ ਆਸ਼ਰਮ ਦੀ ਰੀਤੀ 'ਚ ਪੈ ਕੇ ਸਮਾਂ ਬਰਬਾਦ ਨਾ ਕਰੇ। 4 ਵਰਨਾਂ ਨੂੰ ਸਾਂਝਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ। ਨਾਮ ਜਪੋ, ਨਾਮ ਜਪੇ ਤੋਂ ਬਿਨਾਂ ਬੇੜਾ ਪਾਰ ਨਹੀਂ ਲੰਘਦਾ। ਹਾਂਜੀ। ਦੋਹਰਾ ਬਹੁਤ ਕਰਮ ਸੰਸਾਰ ਕੋ ਪਿਤਾ ਪਿਤਾਮਾ ਦੇਵ, ਸੰਸਾਰ ਦੇ ਲੋਕਾਂ ਦੇ ਪਰਿਵਾਰਾਂ ਦੇ ਬੜੇ ਰੀਤੀ ਰਿਵਾਜ ਹੁੰਦੇ ਆ, ਪਿਓ ਦਾਦੇ ਪੜਦਾਦਿਆਂ ਤੋਂ ਚੱਲੇ ਆਉਂਦੇ। ਕੋਈ ਕਹਿੰਦਾ ਸਾਡੇ ਵੱਡੇ ਇਦਾਂ ਕਰਦੇ ਸੀ, ਕੋਈ ਦੇਵੀ ਨੂੰ ਪੂਜਦਾ ਹੈ, ਕੋਈ ਭੈਰੋ ਨੂੰ ਪੂਜਦਾ ਹੈ, ਕੋਈ ਗੂਗੇ ਨੂੰ ਪੂਜਦਾ ਹੈ, ਕੋਈ ਹੋਰ ਦੇਵੀ ਝੁੰਡਾਂ ਨੂੰ ਮੱਥਾ ਟੇਕਦਾ ਹੈ, ਕੋਈ
ਆਪੋ ਆਪਣੀ ਬਜ਼ੁਰਗਾਂ ਦੀ ਚੱਲੀ ਆਉਂਦੀ ਹੈ। ਹਾਂਜੀ। ਨਹਿ ਮਾਨਹ ਸਿੱਖ ਸਿੱਖ ਲੈ ਰਖ ਭਰੋਸ ਗੁਰਦੇਵ। ਗੁਰੂ ਕਾ ਸਿੱਖ ਜਦੋਂ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਵੇ, ਗੁਰੂ ਦੀ ਸਿੱਖਿਆ ਲੈ ਲਵੇ, ਫਿਰ ਉਹਨਾਂ ਸਾਰੀਆਂ ਚੀਜ਼ਾਂ ਦਾ ਪਰਿਤਿਆਗ ਕਰ ਦੇਵੇ, ਫਿਰ ਉਹ ਨਾ ਮੰਨੇ, ਗੁਰੂ ਦੀ ਸਿੱਖਿਆ ਅਨੁਸਾਰ ਚੱਲੇ, ਗੁਰੂ ਦਾ ਭਰੋਸਾ ਰੱਖੇ ਵੀ ਗੁਰੂ ਮੇਰੇ ਨਾਲ ਹੈ। ਜਦੋਂ ਭਾਈ ਮੰਝ ਜੀ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਗੁਰਸਿੱਖ ਬਣੇ ਸਨ ਤਾਂ ਉਸ ਵੇਲੇ ਸ਼ਰੀਕੇ ਨੇ ਆਖਿਆ ਸੀ ਤੇਰੇ ਤੇ ਲਾਲਾਂ ਵਾਲੇ ਦੀ ਬੜੀ ਕਰੋਪੀ ਹੋਣੀ ਹੈ, ਮਾਲ ਡੰਗਰ ਸਾਰਾ ਮਰ ਜਾਏਗਾ, ਇਹ ਹੋਵੇਗਾ। ਭਾਈ ਮੰਝ ਨੇ ਆਖਿਆ ਜੋ ਮਰਜ਼ੀ ਹੋ ਜਾਵੇ, ਮੈਂ ਗੁਰੂ ਦਾ ਪੱਲਾ ਨਹੀਂ ਛੱਡਾਂਗਾ। ਸਾਰਾ ਕੁਝ ਹੋਇਆ। ਗੁਰੂ ਸਾਹਿਬ ਨੇ ਵੀ ਕਰੜੀਆਂ ਪ੍ਰੀਖਿਆ ਲਈਆਂ। ਭਾਈ ਮੰਝ ਜੀ ਪਿਆਰਾ ਗੁਰੂ ਸਾਹਿਬ ਜੀ ਦੇ ਇਹੋ ਜਿਹੇ ਜਹਾਜ਼ ਬਣ ਗਏ, ਸਾਡੇ ਵਰਗੇ ਬੇਅੰਤ ਜੀਵਾਂ ਦੇ ਬੇੜੇ ਬੰਨੇ ਲਾ ਗਏ। ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਅੱਗੇ ਨੂੰ ਕਿਸੇ ਸਿੱਖ ਨੂੰ ਇਹੋ ਜਿਹੀ ਪ੍ਰੀਖਿਆ ਨਾ ਪਾਇਆ ਜੇ, ਨਹੀਂ ਤਾਂ ਅਸੀਂ ਇਮਤਿਹਾਨਾਂ 'ਚ ਫੇਲ ਹੋਣਾ ਸੀ ਖਾਲਸਾ ਜੀ। ਭਾਈ ਮੰਝ ਸਾਡੇ ਵਿਚੋਲੇ ਬਣ ਕੇ ਸਾਨੂੰ ਬਚਾ ਲਿਆ। ਮਹਾਰਾਜ ਕਹਿੰਦੇ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਤਾ ਜਗ ਲੰਘਣ ਹਾਰਾ। ਹਾਂਜੀ। ਜੇ ਜੋ ਗੁਰ ਕੇ ਘਰ ਜਨਮਿਓ ਵੱਡੇ ਕਹੈ ਜਿਹ ਬੇਦ। ਜਿਹੜਾ ਗੁਰੂ ਦੇ ਘਰ 'ਚ ਜਨਮ ਲਿਆ, ਜਿਵੇਂ ਸਾਹਿਬਜ਼ਾਦਿਆਂ ਦਾ ਸਾਧ ਸੰਗਤ ਜੀ ਆਪਾਂ ਸਤਿਕਾਰ ਕਰਦੇ ਹਾਂ। 2 ਮੇਲਾਂ ਦੇ ਸਾਹਿਬਜ਼ਾਦੇ ਹਨ, ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਇੱਕ ਵੱਡੇ ਮੇਲ ਦੇ, ਇੱਕ ਛੋਟੇ ਮੇਲ ਦੇ। ਵੱਡੇ ਮੇਲ ਦੇ ਬਾਬਾ ਸ੍ਰੀ ਚੰਦ ਜੀ, ਬਾਬਾ ਗੁਰਦਿੱਤਾ ਜੀ, ਬਾਬਾ ਟਲ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਤੇ ਬਾਗੇ ਚੱਲ ਕੇ ਸਾਰੇ ਗੁਰੂਆਂ ਦੇ ਪੁੱਤਰ ਹੋਏ ਨੇ, ਜਿਨ੍ਹਾਂ ਨੇ ਭਾਣਾ ਮੰਨਿਆ, ਹੁਕਮ ਰਜਾਈ ਚੱਲੇ ਨੇ, ਉਹ ਵੱਡੇ ਮੇਲ ਦੇ ਹਨ। ਧੰਨ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਛੋਟੇ ਮੇਲ ਦੇ ਬਿਰਥੀ ਚੰਦ ਵਰਗੇ, ਧੀਰਮਲ ਵਰਗੇ ਗੁਰੂ ਘਰ ਜਨਮ ਲਿਆ। ਉਹ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲੇ ਆ, ਉਹਨਾਂ ਦਾ ਸਤਿਕਾਰ ਕਾਇਮ ਰੱਖਣਾ ਹੈ, ਉਹਨਾਂ ਦੇ ਖਿਲਾਫ ਨਹੀਂ ਬੋਲਣਾ। ਜਿਹੜੇ ਸਾਧ ਸੰਗਤ ਜੀ ਬੇਮੁਖ ਹੋ ਗਏ, ਗੁਰੂ ਨੇ ਆਪ ਹੀ ਮੀਣਾ ਕਹਿਤਾ ਬਿਰਥੀ ਚੰਦ ਨੂੰ। ਸੋ ਇਸ ਤਰ੍ਹਾਂ ਗੁਰੂ ਤੇ ਭਰੋਸਾ ਰੱਖੇ, ਗੁਰੂ ਦੇ ਸਤਿਕਾਰਯੋਗ ਸਾਹਿਬਜ਼ਾਦਿਆਂ ਦਾ ਸਤਿਕਾਰ ਕਰੇ। ਵੱਡੇ ਕਹੈ ਜੇ ਵੇਦ, ਜਿਨ੍ਹਾਂ ਮਹਾਂਪੁਰਸ਼ਾਂ ਨੂੰ ਵੇਦ ਵੀ ਵੱਡਾ ਕਹਿੰਦੇ ਨੇ। ਵੇਦ ਕਿਹਨਾਂ ਨੂੰ ਵੱਡਾ ਕਹਿੰਦੇ ਨੇ? ਜਿਹੜੇ ਧਰਮੀ ਹਨ, ਜਪੀ ਤਪੀ ਹਨ, ਜਿਹੜੇ ਨਾਮ ਜਪਦੇ ਹਨ, ਜਿਹੜੇ ਬੰਦਗੀ ਕਰਦੇ ਹਨ, ਉਹਨਾਂ ਨੂੰ ਵੇਦਾਂ ਵਿੱਚ ਵੀ, ਗੁਰਬਾਣੀ ਵਿੱਚ ਵੀ ਸਾਧ ਸੰਤ ਬ੍ਰਹਮ ਗਿਆਨੀ ਮਹਾਂਪੁਰਸ਼ ਕਿਹਾ ਗਿਆ ਹੈ। ਉਹਨਾਂ ਦਾ ਸਤਿਕਾਰ ਰੱਖੇ, ਉਹਨਾਂ ਦੀ ਨਿੰਦਾ ਨਾ ਕਰੇ ਗੁਰੂ ਕਾ ਸਿੱਖ। ਹਾਂਜੀ। ਤਪ ਜਪ ਦਾਨੀ ਭੂਪ ਦਿਜ ਇਨਕੋ ਦੀਐ ਨ ਖੇਦ। ਤਪ ਕਰਨ ਵਾਲਾ ਤਪੀ, ਜਪ ਕਰਨ ਵਾਲਾ ਜਪੀ, ਦਾਨ ਕਰਨ ਵਾਲਾ ਦਾਨੀ, ਗੁਰੂ ਮਾਤਾ ਪਿਤਾ ਆਦਿਕ ਜਿਹੜੇ ਬਜ਼ੁਰਗ ਵੱਡੇ ਹਨ, ਸਤਿਕਾਰਯੋਗ ਹਨ, ਉਹਨਾਂ ਨੂੰ ਦੁੱਖ ਨਾ ਦੇਵੇ, ਇਹਨਾਂ ਦਾ ਨਿਰਾਦਰ ਨਾ ਕਰੇ। ਇਹ ਗੱਲਾਂ ਸਾਡੇ ਸਮਝਾਉਣ ਵਾਲੀ ਗੁਰੂ ਕਲਗੀਧਰ ਪਾਤਸ਼ਾਹ ਸਮਝਾ ਰਹੇ ਨੇ। ਕਹਿੰਦੇ ਇਹਨਾਂ ਨੂੰ ਕਦੀ ਦੁੱਖ ਨਾ ਦੇਵੇ। ਅੱਜ ਜਿਹੜੇ ਵਿਦਵਾਨ ਸਾਧੂ ਮਹਾਤਮਾ ਹਨ, ਜਾਂ ਜਿਹੜੇ ਰੱਬ ਦੇ ਪਿਆਰੇ ਹਨ, ਜਪੀ ਤਪੀ ਹਨ, ਉਹਨਾਂ ਨੂੰ ਕਦੀ ਇਹੋ ਜਿਹਾ ਕੌੜਾ ਬਚਨ ਨਾ ਕਰੇ। ਦੇਖੋ ਨਾ, ਦੁਰਭਾਸ਼ਾ ਸਿਉ ਕਰਤ ਠਗੌਰੀ, ਜਾਦਵੇ ਫਲ ਪਾਏ। ਜਾਦਵਾਂ ਦੇ ਮੁੰਡੇ ਸ਼ਰਾਰਤੀ ਇੱਕ ਲੜਕੇ ਦੇ ਪੇਟ ਤੇ ਬਾਟੀ ਬੰਨ੍ਹ ਕੇ ਉੱਤੇ ਕੱਪੜੇ ਕੁੜੀਆਂ ਵਾਲੇ ਪਾ ਕੇ ਗੁੱਤ ਪਿੱਛੇ ਕਰਕੇ ਲੈ ਗਏ। ਦੁਰਵਾਸਾ ਰਿਸ਼ੀ ਨੂੰ ਕਹਿੰਦੇ ਮਹਾਂਪੁਰਸ਼ੋ, ਆਹ ਕੁੜੀ ਦੇ ਪੇਟ ਚੋਂ ਬੱਚਾ ਦੱਸੋ, ਮੁੰਡਾ ਹੋਏਗਾ ਕਿ ਕੁੜੀ ਹੋਏਗੀ? ਦੁਰਵਾਸਾ ਤ੍ਰਿਕਾਲਦਰਸ਼ੀ ਸੀ ਪਰ ਗੁੱਸੇ ਵਾਲਾ ਸੀ। ਕਹਿਣ ਲੱਗਾ ਇਹਦੇ ਪੇਟ ਤੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ ਕਰ ਦੇਗਾ। ਜਦੋਂ ਬਾਟੀ ਲਾਈ, ਪੇਟ ਵਿੱਚੋਂ ਮੂਸਲ ਨਿਕਲਿਆ ਲੋਹੇ ਦਾ, ਉਹੀ ਕ੍ਰਿਸ਼ਨ ਜੀ ਦੀ ਮੌਤ ਦਾ ਕਾਰਨ ਬਣਿਆ। ਸੋ ਲੰਮੀ ਕਥਾ ਹੈ। ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ ਵੀ ਸਾਧੂ ਸੰਤ ਮਹਾਤਮਾ ਕੋਈ ਰੱਬ ਦਾ ਪਿਆਰਾ ਹੈ, ਉਹਦਾ ਮਜ਼ਾਕ ਨਾ ਉਡਾਵੇ, ਉਹਦਾ ਦਿਲ ਨਾ ਦੁਖਾਵੇ, ਉਹਨਾਂ ਦਾ ਸਤਿਕਾਰ ਕਾਇਮ ਰੱਖੇ। ਇਹਦੇ ਵਿੱਚ ਹੀ ਸਾਡਾ ਭਲਾ। ਪਰ ਅੱਜ ਦਾ ਸਿੱਖ ਸਮਾਜ ਇਸ ਤੋਂ ਬਿਲਕੁਲ ਆਪੋਜਿਟ ਜਾ ਰਿਹਾ ਹੈ। ਬੜੇ ਬੜੇ ਵੱਡੇ ਇਸ਼ਤਿਹਾਰ ਲਾ ਕੇ ਖਾਲਸਾ ਜੀ ਜਾਗੋ, ਸੰਤ ਬਾਬੇ ਤਿਆਗੋ। ਠੀਕ ਹੈ ਖਾਲਸਾ ਜੀ, 99% ਸੰਤ ਬਾਬੇ ਝੂਠੇ ਹੋ ਸਕਦੇ ਆ। ਆਖੋ ਸ੍ਰੀ ਵਾਹਿਗੁਰੂ। ਪਖੰਡੀ ਹੋ ਸਕਦੇ ਆ, ਪਰ ਤਾਂ ਹੋ ਸਕਦੇ ਆ ਜੇ 1% ਸੱਚੇ ਵੀ ਹੁੰਦੇ ਆ, ਜਿਨ੍ਹਾਂ ਦੀ ਬਾਣੀ 'ਚ ਮਹਾਰਾਜ ਨੇ ਮਹਿਮਾ ਲਿਖੀ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ
ਤੇਤਾ ਬਖਿਆਨ ਹੈ। ਉਹਨਾਂ ਦੇ ਪਰਦੇ ਵਿੱਚ ਦੂਸਰੇ ਠੱਗ ਫਿਰਦੇ ਨੇ ਤੇ ਕੀ ਅਸੀਂ ਉਹ ਜਿਵੇਂ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾ ਮਾਰੀ ਜਾਂਦਾ। ਕਦੀ ਐਸਾ ਨਾ ਹੋਵੇ ਵੀ ਸੱਚੇ ਮਹਾਂਪੁਰਸ਼ਾਂ ਦੀ ਵੀ ਨਿੰਦਾ ਕਰ ਬੈਠੀਏ, ਉਹਨਾਂ ਦਾ ਨਿਰਾਦਰ ਕਰ ਬੈਠੀਏ, ਫਿਰ ਸਰਾਪੇ ਜਾਵਾਂਗੇ। ਹਾਂਜੀ। ਰੋਵੈ ਬੇਦੀ ਬੇਦ ਬਿਨ ਰੋਵੈ ਪਾਪੀ ਲੋਗ। ਕਹਿੰਦੇ ਜਿਵੇਂ ਵੇਦ ਤਾਂ ਗਿਆਤਾ ਵੇਦ ਤੋਂ ਬਿਨਾਂ ਰੋਂਦਾ ਹੈ। ਜੇ ਵੇਦ ਖੁੱਸ ਜਾਵੇ, ਜਦੋਂ ਬ੍ਰਹਮੇ ਦੇ ਵੇਦ ਚੋਰੀ ਹੋ ਗਏ ਸਨ, ਉਸ ਵੇਲੇ ਸਾਧ ਸੰਗਤ ਜੀ ਸ਼ੰਖਾਸੁਰ ਦਾਨਵ ਨੇ ਚੁੱਕ ਕੇ ਸਮੁੰਦਰ ਸੁੱਟ ਦਿੱਤੇ। ਬ੍ਰਹਮਾ ਵੀ ਪੁਕਾਰ ਕਰਦਾ ਪਰਮੇਸ਼ਰ ਅੱਗੇ ਰੋਇਆ। ਸੋ ਇਸ ਕਰਕੇ ਵੇਦ ਰੋਵੈ ਬੇਦੀ ਬੇਦ ਬਿਨ, ਗਿਆਨੀ ਪੁਰਸ਼ ਆਪਣੇ ਗਿਆਨ ਦੇ ਗ੍ਰੰਥ ਗੁੰਮ ਜਾਣ ਤੇ ਰੋਂਦਾ ਹੈ। ਰੋਵੈ ਪਾਪੀ ਲੋਗ, ਪਾਪੀ ਲੋਕ ਕਰਮ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੇ ਧਰਮ ਰਾਏ। ਹਾਏ ਹਾਏ ਕਰਕੇ ਰੋਂਦੇ ਹਨ। ਵੇਮੁਖ ਗੁਰ ਫਿਟਕਾਰਿਆ ਰੋਵੈ ਦੀਰਗ ਰੋਗ। ਗੁਰੂ ਤੋਂ ਬੇਮੁਖ ਬੰਦਾ ਵੀ ਰੋਂਦਾ ਹੈ। ਜਿਸ ਨੂੰ ਗੁਰੂ ਨੇ ਫਿਟਕ ਮਾਰੀ ਹੋਵੇ, ਸਰਾਪ ਦਿੱਤਾ ਹੋਵੇ, ਗੁਰੂ ਦਾ ਸਰਾਪਿਆ, ਉਹ ਰੋਂਦਾ ਹੈ। ਕਹਿੰਦੇ ਰੋਗੀ ਜਿਹਨੂੰ ਬਿਮਾਰ, ਕੋਈ ਤਾਪ, ਕੋਈ ਕੈਂਸਰ, ਕੋਈ ਇਹੋ ਜਿਹਾ ਭਿਆਨਕ ਰੋਗ ਲੱਗ ਜਾਵੇ, ਉਹ ਵੀ ਧਾਹਾਂ ਮਾਰ ਮਾਰ ਕੇ ਰੋਂਦਾ ਹੈ। ਮੇਰੇ ਘਰ ਜੋ ਆਇਓ ਗੁਰੂ ਸ਼ਬਦ ਕਰ ਹੇਤ। ਕਲਗੀਧਰ ਪਾਤਸ਼ਾਹ ਕਹਿੰਦੇ ਜਿਹੜਾ ਮੇਰੇ ਘਰ ਆਇਆ ਨਾ, ਭਾਵ ਗੁਰੂ ਦੇ ਘਰ 'ਚ ਆਇਆ, ਉਹਨੂੰ ਗੁਰੂ ਦੇ ਸ਼ਬਦ ਨਾਲ ਹੀ ਪ੍ਰੇਮ ਕਰਨਾ ਚਾਹੀਏ। ਇੱਥੇ ਆਪਾਂ ਕਾਹਦੇ ਲਈ ਆਏ ਹਾਂ? ਤਰਕਾਂ ਕਰਨ ਲਈ ਨਹੀਂ ਆਉਂਦੇ, ਕਿੰਤੂ ਪਰੰਤੂ ਕਰਨ ਲਈ ਗੁਰਦੁਆਰਾ ਨਹੀਂ ਹੈ ਸਾਧ ਸੰਗਤ ਜੀ। ਇੱਕ ਦੂਜੀ ਦੀਆਂ ਪੱਗਾਂ ਲਾਉਣ ਵਾਸਤੇ ਗੁਰਦੁਆਰਾ ਨਹੀਂ ਹੈ। ਸ਼ੰਕਿਆਂ ਦੇ ਵਿੱਚ ਆਪਣੀ ਕੀਮਤੀ ਮਨੁੱਖਾ ਜਨਮ ਦੀ ਇਹ ਘੜੀਆਂ ਗਵਾ ਲੈਣੀਆਂ, ਇਹਦੇ ਵਾਸਤੇ ਮਨੁੱਖਾ ਜਨਮ ਨਹੀਂ ਹੈ। ਇਹਦਾ ਨਾਮ ਜਪਣ ਲਈ, ਸੇਵਾ ਕਰਨ ਲਈ, ਸਿਮਰਨ ਕਰਨ ਲਈ ਬਣੇ ਹਨ। ਮੇਰੇ ਘਰ ਜੋ ਆਇਓ, ਮਹਾਰਾਜ ਕਹਿੰਦੇ ਜਿਹੜਾ ਮੇਰੇ ਘਰ ਆਵੇ, ਗੁਰੂ ਸ਼ਬਦ ਨਾਲ ਪ੍ਰੇਮ ਕਰੇ। ਗੁਰ ਸਿੱਖਿਆ ਸੁਣ ਧਾਰੀਐ ਰਹਿਣੀ ਰਹੇ ਸੁਚੇਤ। ਗੁਰੂ ਦੀ ਸਿੱਖਿਆ ਸੁਣ ਕੇ ਧਾਰਨ ਕਰੇ, ਰਹਿਤ ਬਹਿਤ ਵਿੱਚ ਸੁਚੇਤ ਰਵੇ। ਚੌਪਈ ਮੈਂ ਬਖਸ਼ਾਂਗਾ ਦਇਓ ਪਦ ਸੋਏ। ਮਹਾਰਾਜ ਕਹਿੰਦੇ ਅਸੀਂ ਉਹ ਬਖਸ਼ਿਸ਼ ਕਰਾਂਗੇ, ਉਹ ਪਦਵੀ ਆਪਣੇ ਖਾਲਸੇ ਨੂੰ ਜਿਹੜਾ ਰਹਿਤ 'ਚ ਪੂਰਾ ਹੋਵੇਗਾ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ, ਉਹਨੂੰ ਉਹ ਪਦਵੀ ਦੇਾਂਗੇ। ਜਹਾਂ ਨਾ ਪਹੁੰਚ ਸਕੈ ਕਬ ਕੋਏ। ਜਿਹੜੀ ਸਾਰਿਆਂ ਤੋਂ ਉੱਚੀ ਹੋਵੇਗੀ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਜਿੱਥੇ ਕੋਈ ਪਹੁੰਚ ਹੀ ਨਹੀਂ ਸਕਦਾ, ਗੁਰਸਿੱਖਾਂ ਨੂੰ ਉਹ ਪਦਵੀ ਦਿੱਤੀ ਹੈ, ਉਹ ਅਬਿਨਾਸੀ ਰਾਜ ਦਿੱਤਾ ਹੈ, ਜਿੱਥੇ ਤੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਨਹੀਂ ਪਹੁੰਚ ਸਕਦੇ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਬਹੁਤ ਉੱਚੀ ਪਦਵੀ। ਕਾਲ ਪਾਏ ਬ੍ਰਹਮਾ ਬੱਬ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਇਹ ਸਕਲ ਕਾਲ ਦਾ ਕੀ ਹੈ ਤਮਾਸ਼ਾ? ਇਹਦੇ ਸਾਰੇ ਕਾਲ ਦੇ ਵਿੱਚ ਨੇ। ਗੁਰੂ ਕੇ ਸਿੱਖ ਅਕਾਲੀ ਹੋ ਗਏ ਹੈ। ਭਾਈ ਗੁਰਦਾਸ ਜੀ ਕਹਿੰਦੇ ਕਾਲ ਕੈ ਅਕਾਲ ਭਏ, ਕਾਲ ਤੋਂ ਟੱਪ ਗਏ, ਸਮੇਂ ਤੋਂ ਪਰੇ ਲੰਘ ਗਏ ਹਨ, ਅਕਾਲ ਵਿੱਚ ਆ ਸਮਾਏ ਹਨ। ਮੈਂ ਉਹ ਪਦਵੀ ਬਖਸ਼ਾਂਗਾ ਆਪਣੇ ਖਾਲਸੇ ਨੂੰ। ਸ਼ੰਕਰ ਦੱਤ ਰਾਮਾਨੁਜ ਨਾਹੀ। ਜਿੱਥੇ ਸ਼ੰਕਰਾਚਾਰਿਆ ਜੀ ਦੇ ਸਿੱਖ ਵੀ ਨਹੀਂ ਪਹੁੰਚ ਸਕੇ, ਜਿੱਥੇ ਦੱਤਾਤਰੇయ ਦੇ ਚੇਲੇ ਵੀ ਨਹੀਂ ਪਹੁੰਚ ਸਕੇ ਸੰਨਿਆਸੀ, ਜਿੱਥੇ ਰਾਮਾਨੁਜ ਦੇ ਚੇਲੇ ਵੀ ਨਹੀਂ ਪਹੁੰਚ ਸਕੇ। ਗੋਰਖ ਮੁਹੰਮਦ ਪਹੁੰਚ ਨ ਤਾਹੀ। ਜਿੱਥੇ ਗੋਰਖ ਦੇ ਜੋਗੀਆਂ ਦੀ ਪਹੁੰਚ ਨਹੀਂ ਹੈ, ਜਿੱਥੇ ਮੁਹੰਮਦ ਸਾਹਿਬ ਦੀ ਵੀ ਪਹੁੰਚ ਨਹੀਂ ਹੈ। ਜਥਾ ਧਰਨ ਪਰ ਬਰਖਾ ਬਰਸੈ। ਉੱਥੇ ਖਾਲਸੇ ਦੀ ਪਹੁੰਚ ਕਰ ਦਿਆਂਗੇ। ਮਹਾਰਾਜ ਕਹਿੰਦੇ ਪਰ ਗੱਲ ਹੈ ਸਾਡੀ ਰਹਿਤ ਵਿੱਚ ਰਵੇ, ਉੱਥੇ ਪਹੁੰਚਾ ਦਿਆਂਗੇ ਜਿੱਥੇ ਕਾਲ ਦਾ ਲੇਸ ਮਾਤਰ ਵੀ ਨਹੀਂ ਹੈ। ਜਥਾ ਧਰਨ ਪਰ ਬਰਖਾ ਬਰਸੈ, ਕਹਿੰਦੇ ਜਿਵੇਂ ਧਰਤੀ ਤੇ ਮੀਂਹ ਪੈਂਦਾ ਹੈ, ਖੇਤੀ ਖੂਬ ਉਗਹਿ ਫਲ ਸਰਸੈ। ਮੀਂਹ ਪੈਣ ਨਾਲ ਹਰਿਆਲੀ ਹੁੰਦੀ ਹੈ, ਖੇਤੀ ਹੁੰਦੀ ਹੈ, ਫਲ ਤੇ ਫੁੱਲ ਹੁੰਦੇ ਹਨ, ਫਸਲਾਂ ਹੁੰਦੀਆਂ ਨੇ, ਦਾਲਾਂ ਸਬਜ਼ੀਆਂ ਪੈਦਾ ਹੁੰਦੀਆਂ, ਬੜਾ ਦੁੱਧ ਘਿਓ ਪੈਦਾ ਹੁੰਦਾ। ਜੇ ਖੇਤੀ ਮੀਂਹ ਪੈਂਦਾ ਹੈ ਤਾਂ ਤਿਉ ਗੁਰ ਸਨਮੁਖ ਸਗਰੇ ਧਰਮ। ਇਸੇ ਤਰ੍ਹਾਂ ਗੁਰੂ ਦੇ ਸਾਹਮਣੇ ਜਿਹੜਾ ਸਿੱਖ ਗੁਰੂ ਨੂੰ ਸਨਮੁਖ ਰੱਖ ਕੇ ਆਪਣੇ ਧਰਮ ਕਰਮ ਕਰਦਾ ਹੈ, ਨਿਤਨੇਮ ਕਰਦਾ ਹੈ, ਦਾਨ ਪੁੰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਜਪ ਕਰਦਾ ਹੈ, ਸਿਮਰਨ ਕਰਦਾ ਹੈ, ਗਰੀਬ ਦਾ ਭਲਾ ਕਰਦਾ ਹੈ, ਚੰਗੇ ਰਾਹ ਤੇ ਤੁਰਦਾ ਹੈ, ਬੁਰੇ ਕਰਮਾਂ ਦਾ ਤਿਆਗ ਕਰਦਾ ਹੈ, ਗੁਰੂ ਦੀ ਰਹਿਤ ਰੱਖਦਾ ਹੈ। ਕਹੈ ਗੁਰੂ ਫਲ ਦੇ ਬਿਨ ਭਰਮ। ਕਹਿੰਦੇ ਉਹਦੇ ਤੇ ਗੁਰੂ ਦੀ ਮਿਹਰਾਂ ਦਾ ਮੀਂਹ ਵਸਦਾ ਹੈ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਗੁਰੂ ਫਿਰ ਐਸੇ ਫਲ ਦਿੰਦਾ
ਐਸੀਆਂ ਖੁਸ਼ੀਆਂ ਦਿੰਦਾ ਹੈ, ਮਾਲਾ ਮਾਲ ਕਰ ਦਿੰਦਾ, ਵਡਿਆਈਆਂ ਸੰਸਾਰ ਦੀਆਂ ਵੀ ਬਖਸ਼ਦਾ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਕਹਿਓ ਮੁਕਤਨਾਮਾ ਸੁਨ ਪਿਆਰੇ। ਕਲਗੀਧਰ ਪਾਤਸ਼ਾਹ ਨੇ ਇਹ ਮੁਕਤਨਾਮਾ ਆਪਣੇ ਖਾਲਸੇ ਨੂੰ ਸੁਣਾਇਆ। ਤੇ ਇਹ ਮੁਕਤਨਾਮਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਦੱਸਿਆ, ਭਾਈ ਸਾਹਿਬ ਸਿੰਘ ਲਿਖਾਰੀ ਜੀ ਨੇ ਲਿਖਿਆ, ਤੇ ਅੱਗੇ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਵਿੱਚ ਇਹਦਾ ਉਲੱਥਾ ਕੀਤਾ। ਸੋ ਕਹਿੰਦੇ ਇਹ ਗੁਰੂ ਸਾਹਿਬ ਜੀ ਨੇ ਸਾਨੂੰ ਮੁਕਤੀ ਦਾ ਮਾਰਗ ਦੱਸਿਆ। ਇਹ ਜਿੰਨੀਆਂ ਗੱਲਾਂ ਨੇ ਅੱਜ ਤਾਂ ਆਪਾਂ ਸਵਾਇਆ ਜਾਈਏ ਪ੍ਰਕਰਨ ਇੱਥੇ ਲਾਸਟ ਰਹਿੰਦਾ ਸੀ ਸੁਣਿਆ, 2-3 ਹਿੱਸੇ ਦੇ ਪਹਿਲੇ ਵੀ ਸਾਧ ਸੰਗਤ ਜੀ ਸਰਵਣ ਕਰਨ ਵਾਲੇ ਹਨ, ਜਿਹਦੇ ਵਿੱਚ ਸਾਰੀ ਰਹਿਤ ਦੱਸੀ ਗੁਰੂ ਕੇ ਸਿੱਖਾਂ ਦੀ। ਜਿਹੜਾ ਭਾਈ ਇਹ ਕਮਾਵੇਗਾ ਨਾਏ ਮੁਕਤਸਰ ਇਸਹਿ ਉਚਾਰੇ। ਕਵੀ ਜੀ ਲਿਖਦੇ ਆ ਵੀ ਪੁਰਾਣੇ ਸਿੰਘ ਇਹ ਮੁਕਤਨਾਮਾ ਕੰਠ ਕਰਕੇ ਰੱਖਦੇ ਸੀ। ਹੁਣ ਤਾਂ ਜਪਜੀ ਸਾਹਿਬ ਨਹੀਂ ਕੰਠ ਸਿੱਖਾਂ ਨੂੰ, ਹੁਣ ਤਾਂ ਆਪਾਂ ਜਪਜੀ ਸਾਹਿਬ ਵੀ ਕਹੀਏ ਇਹਨਾਂ ਸਿੰਘਾਂ ਸੁਣਾ ਦੇ, ਕਹਿੰਦਾ ਜੀ ਉਹ ਤਾਂ ਗੱਲਾਂ ਬੜੀਆਂ ਕਰਨਗੇ, ਫਲਾਣਾ ਗ੍ਰੰਥ ਕਿਵੇਂ ਹੈ ਜੀ, ਉਹ ਕੀ ਲਿਖਿਆ ਜੀ, ਉਹ ਫਲਾਣੇ ਗ੍ਰੰਥ ਚਾਹ ਕਿਉਂ ਲਿਖਿਆ ਜੀ। ਤੇ ਮੈਂ ਕਿਹਾ ਤੂੰ ਪਹਿਲਾਂ ਉਧਰ ਤੇ ਬੜੀ ਦੂਰ ਦੀ ਗੱਲ ਹੈ, ਜਰਾ ਜਪਜੀ ਸਾਹਿਬ ਤਾਂ ਸੁਣਾ। ਤੇ ਮੂਲ ਮੰਤਰ ਨਹੀਂ ਆਉਂਦਾ ਹੁੰਦਾ, ਤੇ ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ। ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਮਹਾਰਾਜ ਸਾਹਿਬ ਜੀ ਦੀ ਕਥਾ ਲਿਖਣ ਤੇ ਲਾਤਾ, ਇਤਿਹਾਸ ਇਕੱਠੇ ਕੀਤੇ। ਭਾਈ ਰਤਨ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਹੋਰ ਵੀ ਬੜੇ ਮਹਾਂਪੁਰਸ਼ ਸਾਧੂ, ਤੇ ਉਹਨਾਂ ਦੀ ਨਿੰਦਾ ਕਰਨੀ, ਅੱਧਾ ਨਾਂ ਲੈਣਾ ਉਹਨਾਂ ਦਾ। ਆਪਣੇ ਪਿਓ ਦਾ ਵੀ ਕੋਈ ਜੇ ਨਾਂ ਇੱਦਾਂ ਉਹਨੂੰ ਕਿਹਾ ਮੈਂ ਤੂੰ ਲੈ ਸਕਦਾ ਭਾਈ, ਜਿਵੇਂ ਤੂੰ ਉਹਨਾਂ ਦਾ ਨਾਂ ਲੈਣਾ। ਕਿਸੇ ਦੇ ਉੱਦਾਂ ਵੀ ਕਿਸੇ ਜਨਰਲ ਆਮ ਬੰਦੇ ਦਾ ਨਾਂ ਵੀ ਅੱਧਾ ਲਈਏ ਅਗਲਾ ਗੁੱਸਾ ਕਰਦਾ। ਤੇ ਕਿਸੇ ਕੌਮ ਦੇ ਐਡੇ ਵਿਦਵਾਨਾਂ ਨੂੰ, ਮਹਾਂਪੁਰਸ਼ਾਂ ਨੂੰ ਨਿੰਦਣਾ ਇਹ ਨੀਚ ਬਿਰਤੀ ਹੁੰਦੀ, ਹੋਰ ਕੋਈ ਗੱਲ ਨਹੀਂ ਹੁੰਦੀ। ਜੈਲਸ ਹੁੰਦੀ, ਆਪ ਕੁਝ ਕਰ ਨਹੀਂ ਸਕਦੇ ਤੇ ਨਿੰਦਾ ਜੇ ਗੰਗਾ ਆਨੀ, ਆਪ ਨਾ ਦੇ ਚੁਰੂ ਭਰ ਪਾਣੀ। ਆਪ ਤੇ ਕਿਸੇ ਨੂੰ ਘੁੱਟ ਪਾਣੀ ਨਹੀਂ ਪਿਆ ਕਦੀ, ਤੇ ਨਿੰਦਾ ਜੇ ਗੰਗਾ ਆਨੀ, ਜਿਨ੍ਹਾਂ ਨੇ ਗੰਗਾ ਲਿਆਂਦੀ ਉਹਨਾਂ ਦੀ ਨਿੰਦਾ ਕਰਦੇ। ਖਾਲਸਾ ਜੀ ਇਹ ਮੁਕਤਨਾਮੇ ਬਾਰੇ ਕਵੀ ਜੀ ਲਿਖ ਰਹੇ ਆ, ਕਹਿੰਦੇ ਪੁਰਾਣੇ ਸਿੰਘ ਇਹਨੂੰ ਕੰਠ ਕਰਕੇ ਰੱਖਦੇ ਸੀ ਤੇ ਫਿਰ ਮੁਕਤਸਰ ਸਾਹਿਬ ਜਾ ਕੇ ਇਸ਼ਨਾਨ ਕਰਦੇ ਸੀ। ਸਾਧਨਾ ਸੀ ਇਹ। ਅੱਜ ਦੇ ਲੋਕਾਂ ਨੂੰ ਵਿਹਲੇ ਕੰਮ ਨੇ, ਤਾਂ ਵਿਹਲੇ ਲੱਗਦੇ ਉਹਨਾਂ ਨੂੰ ਜਿਨ੍ਹਾਂ ਨੂੰ ਸਾਧ ਸੰਗਤ ਜੀ ਝੂਠ ਬੋਲਣ ਦਾ, ਜੂਆ ਚੋਰੀ ਸ਼ਰਾਬ ਕਰਨ ਦਾ ਕੰਮ ਲੱਭਾ ਹੋਇਆ ਨਾ, ਉਹ ਉਹਨਾਂ ਨੂੰ ਧਰਮ ਦੇ ਕੰਮ ਮਾੜੇ ਹੀ ਲੱਗਣਗੇ, ਵਿਹਲੇ ਹੀ ਲੱਗਣਗੇ, ਫਾਲਤੂ ਦੇ ਕੰਮ। ਜਿਹਨਾਂ ਨੂੰ ਉੱਧਰ ਕੰਮ ਮਿਲਿਆ ਹੋਇਆ ਇੱਧਰ ਦਾ ਕੰਮ ਕਾਹਨੂੰ ਕਰਨਗੇ, ਉਹ ਇਹਦੀ ਨਿੰਦਾ ਕਰਨਗੇ। ਪਰ ਜਿਨ੍ਹਾਂ ਨੂੰ ਉਹ ਕੰਮ ਦਾ ਪਤਾ ਵੀ ਉਹ ਮਾੜਾ, ਉਹ ਇਹੀ ਕੰਮ ਕਰਨਗੇ। ਗੁਰੂ ਦੇ ਭਾਣੇ ਵਿੱਚ ਗੁਰੂ ਦੇ ਸਰੋਵਰਾਂ ਦੇ ਦਰਸ਼ਨ ਕਰਨੇ। ਜੇ ਸਰੋਵਰ ਸ੍ਰੀ ਅੰਮ੍ਰਿਤਸਰ ਦੀ ਕੋਈ ਮਹਿਮਾ ਨਹੀਂ ਸੀ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬਣਾਉਣ ਦੀ ਕੀ ਲੋੜ ਸੀ। ਫਿਰ 5 ਸਰੋਵਰ ਬਣਾਏ ਸਤਿਗੁਰਾਂ ਨੇ, ਇੱਕੋ ਨਾਲ ਹੀ ਕੰਮ ਸਰ ਜਾਣਾ ਸੀ। ਸੰਤੋਖ ਸਰ, ਉਹਦਾ ਮਹੱਤਵ ਹੈ ਵੀ ਸੰਤੋਖ ਦੀ ਪ੍ਰਾਪਤੀ ਹੋਵੇ, ਸਾਨੂੰ ਸੰਤੋਖ ਦੀ ਵੈਲਿਊ ਦਾ ਪਤਾ ਲੱਗੇ। ਵਿਵੇਕ ਸਰ, ਸਾਨੂੰ ਵਿਵੇਕ ਦਾ ਗਿਆਨ ਹੋਵੇ, ਵਿਵੇਕ ਦੀ ਵੈਲਿਊ ਦਾ ਪਤਾ ਲੱਗੇ। ਰਾਮ ਸਰ, ਜੋ ਪ੍ਰਮਾਤਮਾ ਸਾਰਿਆਂ 'ਚ ਰਮਿਆ ਹੋਇਆ, ਉਹਦਾ ਸਾਨੂੰ ਗਿਆਨ ਹੋਵੇ। ਇਸੇ ਤਰ੍ਹਾਂ ਤਰਨਤਾਰਨ ਸਾਹਿਬ, ਬੌਲੀ ਸਾਹਿਬ, ਇਹ ਸਾਰੇ ਤੀਰਥ ਬਣਾਏ ਨੇ। ਕੱਲ੍ਹ ਇੱਕ ਵਿਗਿਆਨਕ ਬੋਲ ਰਿਹਾ ਸੀ, ਉਹ ਕਹਿੰਦਾ ਪਾਣੀ ਦੇ ਉੱਤੇ ਸਾਡੇ ਬੋਲਾਂ ਦਾ, ਸਾਡੀ ਸੋਚ ਦਾ, ਸਾਡੀਆਂ ਲਿਖਤਾਂ ਦਾ ਅਸਰ ਪੈਂਦਾ। ਉਹ ਕਹਿੰਦਾ ਅਸੀਂ 2 ਗਲਾਸ ਕੱਚ ਦੇ ਪਾਣੀ ਦੇ ਲਏ, ਇੱਕੋ ਹੀ ਪਾਣੀ, ਇੱਕੋ ਜਿਹੇ ਗਲਾਸ, ਇੱਕ 'ਤੇ ਲਿਖ ਦਿੱਤਾ ਨਫ਼ਰਤ, ਦੂਜੇ 'ਤੇ ਲਿਖਤਾ ਪਿਆਰ, ਰਾਤ ਨੂੰ ਰੱਖ ਦਿੱਤੇ। ਸਵੇਰੇ ਜਦੋਂ ਟੈਸਟ ਕੀਤਾ, ਜਿਹਦੇ 'ਤੇ ਨਫ਼ਰਤ ਲਿਖਿਆ ਸੀ ਉਹਦੇ 'ਚ ਕਲਿੱਤਣ ਆਈ ਹੋਈ ਸੀ, ਕਾਲਾਪਣ ਆਇਆ ਸੀ। ਜਿਹਦੇ 'ਤੇ ਪਿਆਰ ਉਹ ਚਮਕ ਰਿਹਾ ਸੀ। ਇਹ ਸਾਡੇ ਅੰਦਰ ਦੀਆਂ ਮਨੋਬਿਰਤੀਆਂ ਪਾਣੀ ਗ੍ਰਹਿਣ ਕਰਦਾ ਹੈ। ਜੋ ਅਸੀਂ ਸੋਚਦੇ ਹਾਂ, ਹਵਾ ਪਾਣੀ ਉਹਨਾਂ ਚੀਜ਼ਾਂ ਨੂੰ ਐਕਸੈਪਟ ਕਰਦੇ ਨੇ। ਧਰਤੀ ਦੇ ਵਿੱਚ ਜਿੱਥੇ ਗੁਰੂਆਂ ਦੇ ਚਰਨ ਪਏ ਹੁੰਦੇ ਨੇ, ਉੱਥੋਂ ਦੀ ਮਿੱਟੀ ਲੋਕ ਮੱਥੇ ਨੂੰ ਕਿਉਂ ਲਾਉਂਦੇ ਨੇ?
सा धरती पई हरियावली, जिथे मेरा सतगुर बैठा आए, से जंत पए हरियावले, जिनी मेरा सतगुर देखा जाए। सो साध संगत जी, वो तर सरोवर श्री मुक्तसर साहब बड़ी वड्डी महिमा है, जिथे 40 मुक्तियां ने अपने सीस दे के विदावे पड़वा लए, ते सतगुरां ने टुट्टी गंढ लई। ਕਹਿੰਦੇ ਉੱਥੇ ਇਸ਼ਨਾਨ ਕਰਕੇ ਮੁਕਤਨਾਮੇ ਦਾ ਪਾਠ ਕਰਿਆ ਕਰਦੇ ਸਨ। ਹਾਂਜੀ, ਬੁਰੇ ਕਰਮ ਤੇ ਸੋ ਛੁੱਟ ਜਾਏ। 40 ਦਿਨ ਸਿੰਘ ਪਾਠ ਕਰਦੇ ਸੀ ਮੁਕਤਸਰ ਰਹਿ ਕੇ। ਪੁਰਾਤਨ ਸਿੰਘਾਂ ਦੇ ਸਾਡੇ ਤੋਂ ਜਿਹੜੇ ਪਹਿਲੇ ਹੋਏ ਨੇ, ਉਹਨਾਂ ਦੇ ਨਿਤਨੇਮ ਬੜੇ ਵੱਡੇ ਹੁੰਦੇ ਸੀਗੇ। 40 ਦਿਨ ਬਾਣੀ ਪੜ੍ਹੀ ਜਾਣੀ ਮੁਕਤਸਰ ਸਾਹਿਬ, ਕਦੀ ਆਨੰਦਪੁਰ ਸਾਹਿਬ, ਕਦੀ ਅੰਮ੍ਰਿਤਸਰ ਸਾਹਿਬ, ਕਦੀ ਹਜੂਰ ਸਾਹਿਬ ਜਾ ਕੇ। ਅਸੀਂ ਤਾਂ ਜਾ ਕੇ ਏਸੀ ਕਮਰਾ ਲੱਭਣਾ, ਵਧੀਆ ਪੀਜੇ ਵਾਲਾ ਲੰਗਰ ਛਕਣਾ, 2-4 ਮਿੰਟ ਗੁਰਦੁਆਰੇ ਮੱਥਾ ਟੇਕਿਆ ਤੇ ਬਸ ਘੁੰਮ ਕੇ ਆ ਗਏ। ਸਾਨੂੰ ਨਹੀਂ ਪਤਾ ਗੁਰੂ ਘਰ ਦੀ ਸੇਵਾ ਸਿਮਰਨ ਕਿਵੇਂ ਜਪ ਤਪ ਹੁੰਦਾ। ਉਹ 40 ਦਿਨ ਉੱਥੇ ਜਪ ਕਰਨਾ, ਸ੍ਰੀ ਮੁਕਤਸਰ ਸਾਹਿਬ ਮੁਕਤਨਾਮੇ ਦਾ ਪਾਠ ਕਰਦੇ। ਕਹਿੰਦੇ ਮੁਕਤ ਪਦਵੀ ਨੂੰ ਪ੍ਰਾਪਤ ਹੋ ਜਾਣਗੇ। ਮਰ ਕਰ ਗੁਰ ਕੇ ਸਦਰ ਸਿਧਾਏ। ਜਦੋਂ ਇਹ ਸਰੀਰ ਛੱਡਣਾ ਹੈ, ਮੁਕਤਨਾਮੇ ਦੇ ਅਨੁਸਾਰ ਜੀਵਨ ਬਸਨ ਕਰਨ ਵਾਲੇ ਰਹਿਤ ਵਾਲੇ ਤਿਆਰ ਬਰ ਤਿਆਰ ਸਿੰਘਾਂ ਨੇ ਜਾਣਾ ਕਿੱਥੇ ਹੈ? ਕਿਉਂਕਿ ਜੈਸੀ ਬਾਸ਼ਨਾ ਹੈ ਉਧਰ ਜਾਏਗੀ ਆਤਮਾ। ਆਖੋ ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਜਿਤ ਲਾਗੋ ਮਨ ਬਾਸ਼ਨਾ, ਅੰਤ ਸਾਈ ਪ੍ਰਗਟਾਨੀ। ਉਹ ਬਾਸ਼ਨਾ ਨੇ ਲੈ ਜਾਣਾ ਘੜੀਸ ਕੇ। ਬਾਸ਼ਨਾ ਬੱਧਾ ਆਵੇ ਜਾਵੇ। ਜਿਹੜੀ ਬਾਸ਼ਨਾ ਸਾਧ ਸੰਗਤ ਜੀ ਪਦਾਰਥਾਂ ਦੀ ਹੈ, ਉਹ ਪਦਾਰਥਾਂ ਵੱਲ ਖਿੱਚ ਕੇ ਲੈ ਜਾਂਦੀ ਹੈ। ਜਿਹੜੀ ਗੁਰੂ ਦੀ ਵਾਸ਼ਨਾ ਹੈ, ਗੁਰੂ ਵੱਲ ਲੈ ਜਾਂਦੀ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ। ਵਾਹਿਗੁਰੂ 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 ਜਪਦਿਆਂ ਸਵਾਸ ਛੱਡਣੇ ਨੇ। ਕਲਗੀਆਂ ਵਾਲੇ ਦੇ ਚਰਨਾਂ ਵਿੱਚ ਜਾਣਾ ਹੈ। ਉਹ ਜਿੱਥੇ ਮਰਜ਼ੀ ਭੇਜ ਦੇਵੇ, ਨਰਕਾਂ 'ਚ ਭੇਜ ਦੇਵੇ, ਤਾਂ ਵੀ ਖੁਸ਼ੀ ਨਾਲ ਹੀ ਜਾਵਾਂਗੇ। ਜਿੱਥੇ ਭੇਜੇਗਾ ਪਾਤਸ਼ਾਹ ਉੱਥੇ ਜਾਵਾਂਗੇ। ਇਹੋ ਜਿਹੇ ਗੁਰੂ ਕੇ ਸਿੱਖਾਂ ਦਾ ਮੁਕਤੀ ਵੀ ਨਹੀਂ ਮੰਗਦੇ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਇੱਥੇ ਸਾਡੇ ਬਜ਼ੁਰਗ ਬੈਠੇ ਨੇ ਸਿੰਘ ਸਾਹਿਬ, ਬਾਬਾ ਸੋਹਣ ਸਿੰਘ ਜੀ, ਨਿਹੰਗ ਸਿੰਘ ਹਜੂਰ ਸਾਹਿਬ, ਜਿਨ੍ਹਾਂ ਨੇ ਬੜੀ ਲੰਮੀ ਸੇਵਾ ਬਾਬੇ ਬੰਦਾ ਸਿੰਘ ਜੀ ਦੇ ਦਸਤਾਨ ਦੀ ਕੀਤੀ ਹੈ। ਉਹ ਕਹਿੰਦੇ ਸੀ ਮੁਕਤੀ ਦੀ ਨਹੀਂ ਲੋੜ, ਆਪਾਂ ਕੀ ਲੈਣਾ। ਕਹਿੰਦੇ ਸੁੰਨ ਸਮਾਧੀ 'ਚ ਜਾ ਕੇ ਅਗਲਾ ਜਨਮ ਲਵਾਂਗੇ, ਫਿਰ ਸਿੰਘ ਸਜਾਂਗੇ, ਫਿਰ ਪੰਥ ਦੀ ਸੇਵਾ ਕਰਾਂਗੇ। ਬੋਲੇ ਸੋ ਨਿਹਾਲ। ਸਾਰਿਆਂ ਦੀ ਅਵਸਥਾ ਤਾਂ ਇੱਕੋ ਜਿਹੀ ਨਹੀਂ ਹੁੰਦੀ ਖਾਲਸਾ ਜੀ, ਸਾਰਿਆਂ ਦੀ ਮੰਗ ਵੀ ਇੱਕੋ ਜਿਹੀ ਨਹੀਂ ਹੁੰਦੀ। ਇਹ ਮਹਾਂਪੁਰਸ਼ਾਂ ਦੀਆਂ ਗੱਲਾਂ ਸਾਡੀਆਂ ਤਾਂ ਅਜੇ ਊੜਾ ਵੀ ਨਹੀਂ ਸ਼ੁਰੂ ਹੋਇਆ। ਸਾਡਾ ਤਾਂ ਅਜੇ ਗੁਰਬਾਣੀ ਵਾਲੇ ਪਾਸੇ, ਗੁਰਮਤ ਵਾਲੇ ਪਾਸੇ ਪਹਿਲਾ ਕਦਮ ਹੀ ਨਹੀਂ ਪੁੱਟਿਆ। ਪਰ ਕਹਿੰਦੇ ਇਹਨੂੰ ਕਰਨ ਨਾਲ ਅੰਤ ਸਮੇਂ ਗੁਰੂ ਚਰਨਾਂ 'ਚ ਵਾਸਾ ਮਿਲਦਾ ਹੈ। ਗੁਰ ਕੇ ਬਾਕ ਰਹਿਤ ਏ ਕਹੀ। ਇਹ ਗੁਰੂ ਸਾਹਿਬ ਦੇ ਬਚਨ ਮੁਕਤਨਾਮੇ 'ਚ ਰਹਿਤ ਦੱਸੀ ਹੈ। ਛੁਟੈ 84 ਜਿਨ ਇਹ ਲਹੀ। ਜਿਹਨੇ ਇਹ ਮਾਰਗ ਧਾਰਨ ਕਰ ਲਿਆ, ਗੁਰੂ ਦੀ ਰਹਿਤ ਰੱਖ ਲਈ, ਉਹ 84 ਦੇ ਬੰਧਨਾਂ ਤੋਂ ਨਿਕਲ ਜਾਏਗਾ। ਉਹਦਾ ਜੰਮਣਾ ਮਰਨਾ ਕੱਟਿਆ ਜਾਏਗਾ। ਰਹਿਣੀ ਰਹਿ ਜਾਨੀਐ ਨੀਕੀ। ਜਿਹੜਾ ਗੁਰੂ ਦੀ ਰਹਿਣੀ ਰਹਿਤ ਵਿੱਚ ਰਹਿੰਦਾ ਹੈ, ਅਗ ਤੇ ਛੁਟੈ ਸ਼੍ਰੇਅ ਹੋਏ ਜੀ ਕੀ। ਉਹ ਪਾਪਾਂ ਤੋਂ ਛੁੱਟ ਜਾਏਗਾ ਤੇ ਉਹਦੇ ਜੀ ਦਾ ਕਲਿਆਣ ਹੋਵੇਗਾ। ਜੇ ਨਰ 25 ਅਧਿਕ ਸੰਸਾਰੀ। ਜਿਹੜੇ ਸੰਸਾਰ 'ਚ ਫਸੇ ਹੋਏ ਨੇ, ਹਰ ਵੇਲੇ ਸੰਸਾਰ ਦੀਆਂ ਗੱਲਾਂ ਹੀ ਚੇਤੇ ਆਉਂਦੀਆਂ, ਮਰਨਾ ਕਦੀ ਚੇਤੇ ਆਇਆ ਹੀ ਨਹੀਂ। ਇਹ ਕਦੀ ਸੋਚਿਆ ਹੀ ਨਹੀਂ ਵੀ ਇੱਥੋਂ ਜਾਣਾ ਵੀ ਹੈ। ਉਸ ਵੇਲੇ ਕੀ ਬਣੇਗਾ ਜਦੋਂ ਇਹ ਸਰੀਰ ਨੂੰ ਛੱਡਾਂਗੇ? ਕਿਉਂਕਿ ਇਹ ਸਮਾਂ ਦੇ ਸਭ ਤੇ ਆਉਣਾ। ਮੌਤ ਨੇ, ਕਾਲ ਨੇ ਸਭ ਦਾ ਦਰਵਾਜ਼ਾ ਖੜਕਾਉਣਾ, ਕੋਈ ਨਹੀਂ ਬਚਿਆ ਇਸ ਤੋਂ। ਜਦੋਂ ਅੰਤ ਸਮਾਂ ਆਵੇਗਾ, ਉਸ ਵੇਲੇ ਦੁਨੀਆ ਛੱਡਣ ਲੱਗਿਆ ਕਿਵੇਂ ਜੀ ਲੱਗੇਗੀ, ਇਹ ਕਦੀ ਸੋਚਿਆ ਨਹੀਂ। ਤੇ ਬਸ ਫਸੇ ਹੋਏ ਨੇ ਕੰਮਾਂ ਕਾਰਾਂ 'ਚ, ਧੰਦਿਆਂ ਧੰਦਾਰਾਂ ਵਿੱਚ, ਮਾਇਆ ਦੇ ਜੰਜਾਲਾਂ ਵਿੱਚ, ਵਿਸ਼ਿਆਂ ਵਿਕਾਰਾਂ ਵਿੱਚ। ਹਾਂਜੀ, ਫਸੇ ਕਰਮ ਮੈਂ ਜੋ ਮਦ ਜਾਰੀ। ਜਿਵੇਂ ਜਾਲੀ ਵਿੱਚ ਮੱਛੀ ਫਸੀ ਹੁੰਦੀ ਹੈ ਨਾ, ਜਾਲ ਵਿੱਚ, ਏਦਾਂ ਕਰਮਾਂ ਦੇ 'ਚ ਫਸੇ ਹੋਏ ਨੇ। ਕਰਮਾਂ ਦਾ ਜਾਲ ਹੈ, ਕਰਮਾਂ ਦਾ ਬੰਧਨ ਜੀਵ ਨੂੰ ਪਿਆ ਹੈ। ਇਹ ਨਿਕਲ ਨਹੀਂ ਦਿੰਦਾ। ਇਹਦੇ ਵਿੱਚੋਂ ਗੁਰੂ ਹੀ ਕੱਢ ਸਕਦਾ, ਤੇ ਗੁਰੂ ਦੀ ਗੱਲ ਸੁਣਦੇ ਨਹੀਂ। ਤਿਨ ਤੇ ਸੁਨ ਸੁਨ ਮਾਨਹਿ ਨਹੀਂ। ਉਹਨਾਂ ਮਨਮੁਖਾਂ ਦੀ ਗੱਲ ਸੁਣ ਕੇ, ਦੁਸ਼ਟ ਬੰਦਿਆਂ ਦੀ ਸੰਗਤ ਕਰਕੇ ਕਈ ਗੁਰੂ ਦੀ ਰਹਿਤ ਨੂੰ ਮੰਨਦੇ ਨਹੀਂ। ਕਿਉਂਕਿ ਜਦੋਂ ਤੁਸੀਂ ਰਹਿਤ ਵੱਲ ਰੱਖਣ ਵੱਲ ਤੁਰੋਗੇ ਨਾ, ਤੁਹਾਨੂੰ 100 ਬੰਦਾ ਆ ਕੇ ਕਹੇਗਾ ਕੀ ਕਰਨ ਲੱਗਾ, ਛੱਡ ਪਰੇ,
ਲੈ ਅੰਮ੍ਰਿਤ ਛਕ ਕੇ ਕੀ ਹੋ ਚੱਲਿਆ, ਬਾਣੀ ਪੜ੍ਹ ਕੇ ਕੀ ਹੋ ਚੱਲਿਆ। ਰੋਕਣ ਵਾਲੇ ਜ਼ਿਆਦਾ ਮਿਲਣਗੇ ਪਰਮਾਰਥ ਦੇ ਰਸਤੇ ਤੋਂ। ਜਿਹੜਾ ਉਹਨਾਂ ਦੀ ਗੱਲ ਮੰਨ ਗਿਆ ਡੁੱਬ ਗਿਆ, ਜਿਹੜਾ ਉਹਨਾਂ ਦੀ ਗੱਲ ਚੋਂ ਨਿਕਲ ਆਇਆ ਗੁਰੂ ਦੇ ਚਰਨਾਂ ਵਿੱਚ ਉਹ ਬਚੇਗਾ। ਹਾਂਜੀ, ਧਰੋ ਸਦਾ ਸਤ ਗੁਰ ਜਿਮ ਕਹੀ। ਸੋ ਲੋਕਾਂ ਦਾ ਕਹਿਣਾ ਨਾ ਸੁਣੋ ਭਾਈ, ਸੰਸਾਰੀ ਬੰਦਿਆਂ ਦਾ ਕਹਿਣਾ ਛੱਡੋ, ਗੁਰੂ ਦਾ ਕਹਿਣਾ ਮੰਨੋ। ਜੋ ਗੁਰ ਕਹੈ ਸੋ ਕਾਰ ਕਮਾਵੋ। ਗੁਰੂ ਮਹਾਰਾਜ ਦਾ ਕਹਿਣਾ, ਗੁਰੂ ਦਾ ਹੁਕਮ ਮੰਨੋ। ਇਸ ਬਿਦ ਕਹਿ ਗੁਰ ਰਹਿਤ ਵਿਵੇਕ। ਇਸ ਤਰ੍ਹਾਂ ਮਹਾਰਾਜ ਰਹਿਤ ਵਿਵੇਕ ਦੱਸਦੇ ਆਪਣੇ ਖਾਲਸੇ ਨੂੰ। ਆਦ ਲਾਹੌਰਾ ਸਿੰਘ ਅਨੇਕ। ਉਸ ਵੇਲੇ ਸੁਣ ਕੌਣ ਰਹੇ ਸਨ? ਬਹੁਤ ਸਾਰੇ ਸਿੰਘ, ਭਾਈ ਲਾਹੌਰਾ ਸਿੰਘ ਤੇ ਮਾਲਾ ਸਿੰਘ। ਕਿਉਂਕਿ ਗੱਲ ਲਾਹੌਰਾ ਸਿੰਘ ਤੇ ਮਾਲਾ ਸਿੰਘ ਦੇ ਝਗੜੇ ਤੋਂ ਚੱਲੀ ਸੀ। ਇਹ ਦੋਵੇਂ ਆਪਸ ਵਿੱਚ ਪੈਸਿਆਂ ਤੋਂ ਝਗੜ ਪਏ ਸਨ। ਉਹ ਕਹਿੰਦਾ ਸੀ ਮੈਂ ਤੈਨੂੰ 100 ਰੁਪਇਆ ਦਿੱਤਾ, ਵਾਪਸ ਕਰ, ਮੇਰੇ ਘਰ ਲੋੜ ਹੈ। ਉਹ ਕਹਿੰਦਾ ਕੋਈ ਨਹੀਂ, ਗੁਰੂ ਨੇ ਬਖਸ਼ ਦਿੱਤਾ, ਹੁਣ ਕੀ ਵਾਪਸ ਕਰਨੇ। ਉਹ ਕਹਿੰਦਾ ਫਿਰ ਇਹਦਾ ਪਾਪ ਹੈ। ਗੁਰੂ ਸਾਹਿਬ ਨੇ ਫਿਰ ਸਮਝਾਇਆ, ਉਹਨੇ ਪੈਸੇ ਵਾਪਸ ਕੀਤੇ ਹੈ। ਸੋ ਸਾਧ ਸੰਗਤ ਜੀ, ਹੋਰ ਵੀ ਬੇਅੰਤ ਸਿੱਖਾਂ ਨੂੰ ਉਪਦੇਸ਼ ਦਿੱਤਾ, ਭਾਈ ਕਿਸੇ ਤੋਂ ਪਹਿਲੀ ਗੱਲ ਤਾਂ ਕਰਜ਼ਾ ਲਓ ਨਾ, ਜੇ ਲਿਆ ਹੈ ਤਾਂ ਇਮਾਨਦਾਰੀ ਨਾਲ ਵਾਪਸ ਕਰੋ। ਨੰਦ ਸਿੰਘ ਕੋ ਸਭ ਸਮਝਾਈ। ਉਹ ਜਿਹੜਾ ਨੰਦ ਸਿੰਘ ਲੜਕਾ ਆਇਆ ਸੀ, ਕਹਿੰਦਾ ਸੀ ਮੈਂ ਘਰ ਵਾਲੀ ਨਹੀਂ ਰੱਖਣੀ, ਮੈਂ ਘਰ ਰਹਿਣਾ ਨਹੀਂ। ਵਿਆਹ ਕਰਾ ਕੇ ਘਰ ਵਾਲੀ ਘਰ ਛੱਡ ਕੇ ਆਪ ਸੇਵਾ ਕਰਨ ਲੱਗ ਪਿਆ ਸੀ। ਉਹਨੂੰ ਮਹਾਰਾਜ ਨੇ ਸਮਝਾਇਆ ਵੀ ਗ੍ਰਸਥ ਧਰਮ ਵਿੱਚ ਰਹਿ ਕੇ ਵੀ ਪਰਮੇਸ਼ਰ ਨੂੰ ਪਾਇਆ ਜਾ ਸਕਦਾ, ਪਰ ਗ੍ਰਸਥੀ ਬਣੀ ਸਹੀ ਤਰੀਕੇ ਦਾ। ਉਹ ਸਾਰੀਆਂ ਗੱਲਾਂ ਸਮਝ ਕੇ ਨੰਦ ਸਿੰਘ ਵੀ ਆਪਣੇ ਘਰ ਚਲਾ ਗਿਆ ਆਪਣੀ ਪਤਨੀ ਦੇ ਨਾਲ। ਸੁਨਤ ਆਨੰਦ ਹਿਰਦੈ ਸਮੁਦਾਈ। ਸਾਰਿਆਂ ਨੂੰ ਬੜਾ ਆਨੰਦ, ਬੜੀ ਖੁਸ਼ੀ ਪ੍ਰਾਪਤ ਹੋਈ। ਸੋ ਸਾਧ ਸੰਗਤ ਜੀ, ਗੁਰੂ ਘਰ ਸ਼ਿਕਾਰਪੁਰ ਦੇ ਵਿੱਚ ਅੱਜ ਪਹਿਲੀ ਵਾਰ ਦਰਸ਼ਨ ਹੋਏ ਹੈ। ਇੱਥੇ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਮਹਾਂਪੁਰਸ਼, ਉਹ ਵੀ ਬੇਅੰਤ ਕਥਾ ਦਾ ਮੀਂਹ ਵਰਸਾ ਕੇ ਜਾਂਦੇ ਹੈ। ਇੱਥੋਂ ਦੀਆਂ ਸੰਗਤਾਂ ਦਾ ਬਹੁਤ ਪ੍ਰੇਮ ਹੈ ਕਥਾ ਨਾਲ। ਸੱਚੇ ਪਾਤਸ਼ਾਹ ਨੇ ਇਹ ਜਿਹੜੀ ਕਥਾ ਗੁਰਪ੍ਰਤਾਪ ਸੂਰਜ ਦੀ ਸਾਨੂੰ ਬਖਸ਼ੀ ਹੈ ਖਾਲਸਾ ਜੀ, ਇਹ ਬੜੀ ਵੱਡੀ ਦਾਤ ਹੈ। ਇਹਦੀ ਵੈਲਿਊ ਜਦੋਂ ਜੇ ਅੱਜ ਛੱਡ ਦਿੱਤੀ ਨਾ ਸਿੱਖਾਂ ਨੇ, ਗੁਰਦੁਆਰਿਆਂ 'ਚ ਬੰਦ ਕਰਾ ਰਹੇ ਨੇ ਜਿਹੜੇ, ਉਹਨਾਂ ਦੇ ਬੱਚੇ ਫਿਰ ਹੌਲੇ ਹੌਲੇ ਇਤਿਹਾਸ ਤੋਂ, ਬਾਣੀ ਤੋਂ, ਗੁਰਮਤਿ ਤੋਂ ਟੁੱਟ ਜਾਣਗੇ। ਜਦੋਂ ਟੁੱਟ ਜਾਣਗੇ ਫਿਰ ਉਹ ਰੋਣਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਹੀਂ ਪੜ੍ਹਾਈ, ਗੁਰਮਤਿ ਗੁਰੂ ਨਾਲ ਜੋੜ ਨਹੀਂ ਸਕੇ। ਜਿਹੜੇ ਜੁੜੇ ਰਹਿਣਗੇ ਉਹ ਤਿਆਰ ਬਰ ਤਿਆਰ, ਉਹਨਾਂ ਨੂੰ ਮਹਿਸੂਸ ਹੋਵੇਗਾ ਵੀ ਅਸੀਂ ਸਮਾਂ ਸੰਭਾਲ ਲਿਆ। ਖਾਲਸਾ ਜੀ, ਇਹ ਕਥਾ ਤੋਂ ਬਿਨਾਂ ਗੁਰਬਾਣੀ ਦਾ ਪ੍ਰੇਮ ਵੀ ਨਹੀਂ ਜਾਗਦਾ, ਗੁਰੂ ਦਾ ਪਿਆਰ ਨਹੀਂ ਜਾਗਦਾ। ਸੱਚੇ ਪਾਤਸ਼ਾਹ ਦਾ ਇਤਿਹਾਸ ਸੁਣੀਏ, ਕਥਾ ਸੁਣੀਏ ਤੇ ਗੁਰੂ ਦਾ ਪਿਆਰ ਜਾਗਦਾ ਹੈ। ਸੋ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਵੱਡਾ ਉਪਕਾਰ ਕੀਤਾ। ਹਰ ਗੁਰੂ ਘਰ ਵਿੱਚ ਇਹਦੀ ਕਥਾ ਹੁੰਦੀ ਸੀ। ਸ੍ਰੀ ਦਰਬਾਰ ਸਾਹਿਬ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਜਿੰਨੇ ਵੱਡੇ ਤਖਤ ਨੇ, ਉੱਥੇ ਅੱਜ ਵੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਰੋਜ਼ ਹੁੰਦੀ ਹੈ। ਹਜ਼ੂਰ ਸਾਹਿਬ, ਪਟਨਾ ਸਾਹਿਬ, ਸਾਰੇ ਤਖਤਾਂ ਦੇ ਤਖਤ, ਕੇਸਗੜ੍ਹ ਸਾਹਿਬ, ਸਾਰੇ ਸਥਾਨਾਂ 'ਤੇ ਹੁੰਦੀ ਹੈ। ਜਿਹੜੀ ਮਰਿਆਦਾ ਤਖਤਾਂ 'ਤੇ ਲਾਗੂ ਹੈ, ਉਹਦੇ ਵਿੱਚ ਅਸੀਂ ਦੋਸ਼ ਕੱਢ ਕੇ ਆਪਣੀ ਮਰਜ਼ੀ ਨਾਲ ਬੰਦ ਕਰਾਈਏ ਤਾਂ ਗੁਰੂ ਦੇ ਦੋਸ਼ੀ ਹਾਂ। ਖਾਲਸਾ ਜੀ, ਇਹ ਕਥਾ ਸਰਵਣ ਕਰੀਏ ਜਿਵੇਂ ਵੀ ਹੋਵੇ। ਮਹਾਂਪੁਰਸ਼ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਬੁੱਢੇ ਦਲ ਦੇ ਜਥੇਦਾਰ ਹੋਏ ਨੇ, ਤੇ ਸਾਧ ਸੰਗਤ ਜੀ ਉਦੋਂ ਕਥਾ ਹਰ ਜਗ੍ਹਾ 'ਤੇ ਗ੍ਰੰਥੀ ਨਹੀਂ ਸੀ ਹੁੰਦੇ, ਤੇ ਮਹਾਂਪੁਰਸ਼ ਕਥਾ ਸੁਣਨ ਲਈ ਨਾ ਅਨੰਦਪੁਰ ਸਾਹਿਬ ਆਏ ਸੀਗੇ। ਸਾਰੀ ਕਥਾ ਉਹਨਾਂ ਨੇ ਅਨੰਦਪੁਰ ਸਾਹਿਬ ਸੁਣੀ, ਉੱਥੇ ਕਿੰਨਾ ਹੀ ਸਮਾਂ ਰਹਿ ਕੇ। ਹੁਣ ਕਥਾ ਘਰ ਘਰ ਪਹੁੰਚ ਰਹੀ ਹੈ, ਸਾਡੇ ਮੋਬਾਈਲਾਂ ਵਿੱਚ ਆ ਗਈ ਹੈ। ਤੇ ਜੇ ਹੁਣ ਆਪਾਂ ਕਿੰਨੀ ਸੌਖੀ ਹੈ, ਜੇ ਆਪਾਂ ਨੂੰ ਉਸ ਜ਼ਮਾਨੇ 'ਚ ਜਾ ਕੇ ਦੇਖੀਏ ਵੀ ਸਾਰੀ ਕਥਾ ਗੁਰੂ ਸਾਹਿਬ ਦੀ ਸੁਣਨੀ ਤੇ ਆਪਣੇ ਸਾਲ 2 ਸਾਲ ਲਈ 4 ਸਾਲ ਲਈ ਕੰਮ ਛੱਡਣੇ ਤੇ ਫਿਰ ਉੱਥੇ ਜਾ ਕੇ ਰਹਿਣਾ ਬੜਾ ਔਖਾ। ਤੇ ਹੁਣ ਤੇ ਘਰ ਘਰ ਪਹੁੰਚਦੀ ਹੈ, ਫਿਰ ਸੁਣਦੇ ਨਹੀਂ, ਤਾਂ ਫਿਰ ਦੋਸ਼ੀ ਹੈ ਗੁਰੂ ਦੇ। ਸੋ ਇਤਿਹਾਸ ਦਾ, ਗੁਰੂ ਦੀ ਬਾਣੀ ਦਾ ਆਸਰਾ ਲੈ ਕੇ ਜੀਵਨ ਸਫਲਾ ਕਰੀਏ। ਇੱਥੋਂ ਦੀਆਂ ਸਮੂਹ ਸੰਗਤਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਤੇ ਗਿਆਨੀ ਸਿੰਘ ਸਾਹਿਬ ਜੀ ਦਾ ਸਾਰਿਆਂ ਦਾ ਬਹੁਤ ਸਤਿਕਾਰ, ਧੰਨਵਾਦ। ਸੋ ਸਤਿਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ। ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਥਾਨ ਸੁਹਾਇਆ। ਡਾਕਟਰ ਸੁਪ੍ਰੀਤ ਸਿੰਘ ਜੀ ਵੀ ਉਹ ਇਸ ਸਥਾਨ ਨਾਲ ਬਹੁਤ ਪ੍ਰੇਮ ਕਰਦੇ, ਨਾਲ ਆ ਕੇ ਪੋਥੀ ਵੀ ਪੜ੍ਹੀ ਹੈ।
ਉਹਨਾਂ ਦਾ ਵੀ ਬਹੁਤ ਧੰਨਵਾਦ। ਸਾਰੇ ਨੌਜਵਾਨ ਖਾਲਸੇ ਦਾ ਸਭ ਦਾ ਧੰਨਵਾਦ। ਇਤਨੇ ਬਚਨ ਪ੍ਰਵਾਨ ਕਰਨੇ। हे गोबिंद